पंकज बंदन पाद पंकज बंदन सिमरो अंगद दोख निकंदन अमरदास गुर हृदय त्यावों गुर हृदय त्यावों श्री गुरु रामदास गुण गावों श्री अर्जन बिगनन के नासक बिगनन के नासक हर गोबिंद सोब सुमत परकासक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पन पन सीसा पन पन सीसा बंदों बार बार जगदीसा बंदों बार बार जगदीसा जिसमें है अमृत ज्ञान है माणिक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जना जीते पंच विकार तेन संतन को बंदना सिर चरणन पर तार मूक उचरै शास्त्र खट पिंग गिरन चढ़ जाए अंध लखै बदरू सुनै जो काल कृपा कराए एक अंकारा सतगुरु तिह प्रसाद सच होए वाहिगुरु जी की फतेह बिघन बिनासन सोए वाहिगुरु जी की फतेह बिघन बिनासन सोए सतनाम श्री वाहिगुरु जी बाग बीच एक बासुर बैसे सुर सिखन मह सुरपत जैसे फतेह शाह श्री नगर भोपाला लागी पठ आए तिस काला बाग बीच एक बासुर बैसे सुर सिखन में सुरपत जैसे। वाहिगुरु जी का खालसा वाहिगुरु जी की फतेह। जुगो जुग अटल शब्दावतार वालिए दो जहां मुजस्मे आबे हयात समुची दुनियाई दे सांझे रहबर राजान राज पानान भान देवान देव उपमा महानिध धन धन गरीब नवाज सतगुरु गुरु ग्रंथ साहिब सच्चे पातशाह जी दी
ਪਾਵਨ ਪਵਿੱਤਰ ਹਜੂਰੀ ਅੰਦਰ ਰੌਣਕ ਅਫਰੋਜ਼ ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੇ ਸਾਰਿਆਂ ਤੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਆਪਾਂ ਸਾਰੇ ਹੀ ਮਾਈ ਭਾਈ ਗੁਰਸਿੱਖ ਸੰਗਤਾਂ ਪਾਵਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਗਰੀਬ ਨਵਾਜ ਸਤਿਗੁਰਾਂ ਨੇ ਸਾਡੇ ਸਾਰਿਆਂ ਤੇ ਬੇਅੰਤ ਤਰਸ ਕੀਤਾ ਤਾਂ ਸਾਡੇ ਸਾਰਿਆਂ ਤਾਈਂ ਸ਼ਾਮਾਂ ਦੇ ਸਮੇਂ ਦੇ ਦੀਵਾਨ ਦੇ ਵਿੱਚ ਸਤਸੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਸਤਿਗੁਰਾਂ ਨੇ ਕਿਰਪਾ ਕਰਕੇ ਸਤਸੰਗ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਤਿਗੁਰਾਂ ਦੀਆਂ ਬਖਸ਼ਿਸ਼ ਕੀਤੀਆਂ ਇਹਨਾਂ ਅਮੋਲਕ ਘੜੀਆਂ ਨੂੰ ਪਾਵਨ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਸਫਲਿਆਂ ਕਰੀਏ। ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਅਦਬ ਦੇ ਸਮੇਤ ਜਪਣਾ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਗ ਵਿੱਚ ਇੱਕ ਬਾਸੁਰ ਬੈਸੇ। ਸਤਿਕਾਰਯੋਗ ਸਾਧ ਸੰਗਤ, ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਕੱਲ ਰੋਜ਼ ਦੇ ਦੀਵਾਨ ਦੇ ਵਿੱਚ ਗੁਰੂ ਕੇ ਗਿਆਨੀ ਸਿੰਘ ਜੀ ਦੀ ਰਸਨਾ ਤੋਂ ਸਰਵਣ ਕਰਿਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦੇਹਰਾਦੂਨ ਤੋਂ ਵਾਪਸ ਸ੍ਰੀ ਪਾਮਟਾ ਸਾਹਿਬ ਜੀ ਵਿਖੇ ਆ ਗਏ ਹਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਨਿਤ ਕਿਰਿਆ ਕਰਨ ਲੱਗੇ ਔਰ ਪਾਮਟਾ ਸਾਹਿਬ ਜੀ ਦੀ ਸਰਜ਼ਮੀਨ ਤੇ ਸੁੰਦਰ ਧਰਾ ਦੇ ਉੱਪਰ ਗੁਰਦੇਵ ਪ੍ਰੀਤਮ ਸਤਿਗੁਰਾਂ ਨੇ ਇੱਕ ਬੜਾ ਸੁੰਦਰ ਬਗੀਚਾ ਲਗਵਾਇਆ ਜਿਸ ਦੇ ਵਿੱਚ ਬੇਅੰਤ ਪ੍ਰਕਾਰ ਦੇ ਫੁੱਲ ਅਰ ਫਲ ਹਨ। ਉਸ ਬਗੀਚੇ ਦੇ ਵਿੱਚ ਜਾ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਸੁੰਦਰ ਪਲੰਗੇ ਦੇ ਉੱਪਰ ਸ਼ੋਭਨੀਕ ਹੋ ਕਰਕੇ ਬਿਰਾਜੇ ਹੋਏ ਹਨ। ਸੁਰ ਸਿੱਖਨ ਮਹਿ ਸੁਰਪਤ ਜੈਸੇ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਥਨ ਕਰਦੇ ਹਨ, ਗੁਰਦੇਵ ਜੀ ਦੇ ਜਿਹੜੇ ਸਿੱਖ ਹੈ ਸੁਰ ਦੇਵਤਿਆਂ ਨੂੰ ਕਹਿੰਦੇ ਨੇ। ਸਿੱਖ ਕਹਿੰਦੇ ਦੇਵਤਿਆਂ ਵਰਗੀ ਸ਼ੋਭਾ ਪਾਉਂਦੇ ਨੇ ਤੇ ਜਿਵੇਂ ਦੇਵਤਿਆਂ ਦੇ ਵਿੱਚ ਬੈਠਾ ਸੁਰਪਤ ਦੇਵਰਾਜ ਦੇਵਤਿਆਂ ਦਾ ਰਾਜਾ ਸਵਰਗਪਤੀ ਬੈਠਾ ਸ਼ੋਭਾ ਪਾਉਂਦਾ ਹੈ ਨਾ, ਉਸ ਤਰ੍ਹਾਂ ਹਜੂਰ ਕਹਿੰਦੇ ਬਗੀਚੇ ਦੇ ਵਿੱਚ ਸਿੱਖਾਂ ਦੇ ਦਰਮਿਆਨ ਦੇਵਤਿਆਂ ਦੇਵਰਾਜ ਵਰਗੀ ਸ਼ੋਭਾ ਪਾ ਰਹੇ ਹਨ। ਫਤਿਹ ਸ਼ਾਹ ਸ੍ਰੀ ਨਗਰ ਭੋਪਾਲਾ। ਫਤਿਹ ਸ਼ਾਹ ਰਾਜਾ ਜੋ ਸ੍ਰੀ ਨਗਰ ਰਿਆਸਤ ਹੈ ਜਿਹੜੀ ਉਥੋਂ ਗੜਵਾਲ ਨਗਰ ਜੋ ਹੈ ਉਥੋਂ ਦਾ ਜਿਹੜਾ ਇਹ ਸ੍ਰੀ ਨਗਰੀਆ ਰਾਜਾ ਫਤਿਹ ਸ਼ਾਹ। ਹਾਂਜੀ ਲਾਗੀ ਪਠੇ ਆਏ ਤਿਸ ਕਾਲਾ। ਫਤਿਹ ਸ਼ਾਹ ਰਾਜੇ ਦੀ ਲੜਕੀ ਦਾ ਵਿਆਹ ਕਾਰਜ ਹੈ ਜੋ ਕਹਿਲੂਰੀਆ ਰਿਆਸਤ ਦੇ ਰਾਜੇ ਭੀਮ ਚੰਦ ਦੇ ਲੜਕੇ ਨਾਲ ਹੋ ਰਿਹਾ। ਸੋ ਉਸ ਵਿਆਹ ਕਾਰਜ ਵਾਸਤੇ ਸੱਦਾ ਦੇਣ ਵਾਸਤੇ ਫਤਿਹ ਸ਼ਾਹ ਰਾਜੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਪਣੇ ਲਾਗੀ ਭੇਜੇ ਹਨ। ਕਰ ਬੰਧਨ ਕੋ ਦੀਨਸ ਪਾਤੀ। ਉਹ ਲਾਗੀ ਹਜੂਰ ਦੀ ਹਜੂਰੀ ਦੇ ਵਿੱਚ ਚੱਲ ਕਰਕੇ ਆਏ ਤੇ ਆ ਕਰਕੇ ਲਾਗੀਆਂ ਨੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਬੰਧਨ ਕੀਤੀ, ਮੱਥਾ ਟੇਕਿਆ। ਮੱਥਾ ਟੇਕ ਕਰਕੇ ਜੋ ਵਿਆਹ ਦੇ ਜਿੱਦਾਂ ਵਿਆਹ ਦਾ ਅੱਜ ਕੱਲ੍ਹ ਕਾਰਡ ਛਪਦਾ ਹੈ ਨਾ, ਉਸ ਸਮੇਂ ਜਿਹੜਾ ਖਤ ਲਿਖਿਆ ਜਾਂਦਾ ਹੁੰਦਾ ਸੀ ਉਹਨੂੰ ਹੱਥ ਦੇ ਨਾਲ ਲਿਖ ਕੇ ਬੜੇ ਅਦਬ ਦੇ ਨਾਲ ਲਿਖ ਕਰਕੇ ਭੇਜਿਆ ਜਾਂਦਾ ਸੀ। ਤੇ ਉਸ ਤਰ੍ਹਾਂ ਦਾ ਇੱਕ ਵਿਆਹ ਦੇ ਕਾਰਡ ਵਾਂਗੂ ਖਤ ਲਿਖਿਆ ਹੋਇਆ ਜਿਹਦੇ ਉੱਪਰ ਫਤਿਹ ਸ਼ਾਹ ਰਾਜੀ ਦੇ ਲੜਕੇ ਦੇ ਵਿਆਹ ਦਾ ਸੱਦਾ ਲਿਖਿਆ ਹੋਇਆ। ਉਹ ਪਾਤੀ ਜਿਹੜੀ ਚਿੱਠੀ ਹੈ ਵਿਆਹ ਦੇ ਕਾਰਜ ਦੀ ਲਿਆ ਕਰਕੇ ਲਾਗੀ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਭੇਟ ਕਰਨੀ ਕੀਤੀ। ਨਿਰਪ ਕੀ ਨਮੋ ਕੀ ਨ ਬਖਿਆਤੀ। ਫਿਰ ਫਤਿਹ ਸ਼ਾਹ ਰਾਜੇ ਵੱਲੋਂ ਨਮਸਕਾਰ ਵੀ ਆਖਣੀ ਕੀਤੀ। ਹੈ ਗੁਰਦੇਵ ਕਲਗੀਧਰ ਸੱਚੇ ਪਾਤਸ਼ਾਹ। ਫਤਿਹ ਸ਼ਾਹ ਰਾਜਾ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੈ। ਆਨ ਕਾਵਰਾ ਅਨਕ ਕਹਾਰਨ। ਫਿਰ ਕਵੀ ਜੀ ਲਿਖਦੇ ਆ ਵੀ ਇਹ ਭਾਈ
ਤੇ ਅਨੇਕਾਂ ਹੀ ਕਹਿੰਦੇ ਵਹਿੰਗੀਆਂ ਆਈਆਂ ਨਾਲ, ਜਿਹੜੇ ਬਹੁਤ ਸਾਰੇ ਜਿਹੜੇ ਕਹਾੜ ਹੈ ਉਹ ਵਹਿੰਗੀਆਂ ਲੈ ਕਰਕੇ ਆਏ ਹਨ। ਗੁਰ ਆਗੇ ਸਭ ਕੀਨ ਉਤਾਰਨ, ਉਹ ਸਾਰੀਆਂ ਵਹਿੰਗੀਆਂ ਜਿਹੜੀਆਂ ਹਨ ਕਹਾੜਾਂ ਨੇ ਲਿਆ ਕਰਕੇ, ਜਿਨ੍ਹਾਂ ਦੇ ਵਿੱਚ ਸੁੰਦਰ ਭਟਾਵਾਂ ਰੱਖੀਆਂ ਹੋਈਆਂ, ਉਹਨਾਂ ਵਹਿੰਗੀਆਂ ਦੇ ਵਿੱਚ ਰਾਜੇ ਨੇ ਸੁੰਦਰ ਭਟਾਵਾਂ ਗੁਰਦੇਵ ਜੀ ਦੇ ਪਾਸ ਭੇਜੀਆਂ। ਜਦੋਂ ਵਿਆਹ ਦਾ ਸੱਦਾ ਭੇਜੀਦਾ ਤੇ ਨਾਲ ਕੋਈ ਭੇਟਾ ਭੇਜੀ ਦੀ ਨਾ, ਜਿਵੇਂ ਅੱਜ ਦੇ ਸਮੇਂ ਮਠਿਆਈ ਭੇਜੀ ਜਾਂਦੀ ਹੈ। ਤੇ ਹੁਣ ਫਤਿਹ ਸ਼ਾਹ ਰਾਜਾ ਸ੍ਰੀਨਗਰ ਦਾ, ਇਧਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਰਾਜਾਨ ਰਾਜ ਹੈ, ਸਾਰੇ ਰਾਜਿਆਂ ਦੇ ਰਾਜੇ ਆ। ਨਮੋ ਰਾਜ ਰਾਜੇਸ਼ ਪਰਮ ਰੂਪੇ, ਐਸੇ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ। ਹੁਣ ਉਹਨਾਂ ਨੂੰ ਭੇਟਾ ਅਰਪਣ ਕਰਨੀ ਹੈ, ਸੋ ਸੁਭਾਵਿਕ ਹੈ ਵੀ ਭੇਟਾ ਆਮ ਨਹੀਂ ਹੋ ਸਕਦੀ। ਫਿਰ ਰਾਜੇ ਨੇ ਬੜੇ ਅਦਬ ਦੇ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਘਰ ਦੀ ਉੱਚੀ ਸ਼ਾਨ ਨੂੰ ਵੇਖ ਕਰਕੇ ਬਹੁਤ ਸੁੰਦਰ ਭਟਾਵਾਂ ਵਹਿੰਗੀਆਂ ਦੇ ਵਿੱਚ ਭੇਜੀਆਂ। ਬਹੁਤ ਸਾਰੇ ਕਵਾੜ ਜਿਹੜੇ ਕੁਹਾਰ ਨੇ ਨਾ, ਉਹ ਵਹਿੰਗੀਆਂ ਚੁੱਕਣ ਵਾਲੇ, ਉਹ ਵਹਿੰਗੀਆਂ ਦੇ ਵਿੱਚ ਰੱਖ ਕਰਕੇ ਭਟਾਵਾਂ ਲੈ ਕਰਕੇ ਆਏ ਹਨ। ਸਾਰੀਆਂ ਜਿਹੜੀਆਂ ਵਹਿੰਗੀਆਂ ਸਾਹਿਬ ਸਤਿਗੁਰਾਂ ਦੇ ਸਨਮੁਖ ਉਤਾਰੀਆਂ ਗਈਆਂ। ਹੱਥ ਬੰਦ ਮਾਨੋ ਕਹਿ ਬਾਨੀ, ਹੱਥ ਜੋੜ ਕਰਕੇ ਸਾਰੇ ਜਿਤਨੇ ਵੀ ਮਾਈ ਭਾਈ ਲੋਕ ਹੈ ਤੇ ਉਹਨਾਂ ਦੇ ਸਨਮੁਖ ਉੱਥੇ ਸਾਰੇ ਹੀ ਬੈਠੇ ਆ। ਫਿਰ ਹੱਥ ਜੋੜ ਕਰਕੇ ਜਿਹੜੇ ਉਹ ਆਏ ਆ ਨਾ, ਦੋ ਜਾਣੇ ਲਾਗੀ ਇੱਕ ਰਾਜੇ ਸਿੱਖਾਂ ਦੇ ਪਰਿਵਾਰ ਦੇ ਵਿੱਚੋਂ, ਜਿਨ੍ਹਾਂ ਨੂੰ ਨਾਈ ਵੀ ਕਿਹਾ ਜਾਂਦਾ ਹੈ। ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਪਰਿਵਾਰਾਂ ਨੂੰ ਨਾਈ ਪਰਿਵਾਰ ਕਿਹਾ ਜਾਂਦਾ ਹੈ। ਜ਼ਿਆਦਾਤਰ ਜਿਹੜਾ ਲਾਗੀ ਦੀ ਭੂਮਿਕਾ ਉਹੀ ਵਿਆਹ ਕਾਰਜਾਂ ਦੇ ਵਿੱਚ ਨਿਭਾਉਂਦੇ ਸਨ। ਸੋ ਇਸ ਤਰ੍ਹਾਂ ਕਰਕੇ ਇੱਕ ਪੁਰੋਹਿਤ ਹੁੰਦਾ ਸੀ। ਹਰੇਕ ਜਿਹੜੇ ਰਾਜਿਆਂ ਦੇ ਪਰਿਵਾਰ ਹੁੰਦੇ ਸੀ, ਉਹਨਾਂ ਦੇ ਇੱਕ ਕੁਲ ਪੁਰੋਹਿਤ ਹੁੰਦਾ ਸੀ। ਇੱਕ ਪੁਰੋਹਿਤ ਤੇ ਇੱਕ ਲਾਗੀ, ਦੋਨੇ ਜਾਣੇ ਕਾਰਜ ਕਰਦੇ ਸਨ। ਸੋ ਇਸ ਤਰ੍ਹਾਂ ਕਰਕੇ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਸ ਰਾਜੇ ਵੱਲੋਂ ਸੱਦਾ ਦੇਣ ਵਾਸਤੇ ਆਏ ਹਨ। ਹੱਥ ਜੋੜ ਕੇ ਹਜੂਰ ਅੱਗੇ ਕਹਿਣ ਲੱਗੇ, ਮਹਿ ਪਾਲਕ ਬਹੁ ਬਿਨਾ ਬਖਾਨੀ, ਹੇ ਗੁਰਦੇਵ ਸੱਚੇ ਪਾਤਸ਼ਾਹ ਕਲਗੀਧਰ ਪ੍ਰੀਤਮ ਸਤਿਗੁਰੂ ਜੀ। ਫਤਿਹ ਸ਼ਾਹ ਰਾਜੇ ਨੇ ਮਹਾਰਾਜ ਆਪ ਜੀ ਅੱਗੇ ਬਹੁਤੀਆਂ ਬੇਨਤੀਆਂ ਕੀਤੀਆਂ ਹਨ। ਗੰਠ ਪੁੰਗ ਫਲ ਆਦ ਪਠਾਈ, ਇਹ ਸਾਰੀ ਵਿਆਹ ਦੀ ਗੰਢ ਇਤਿਆਦ ਫਲ ਇਤਿਆਦ ਭਟਾਵਾਂ ਭੇਜੀਆਂ ਹਨ। ਨਿਜ ਕੰਨਿਆ ਕੋ ਵਿਆਹ ਰਚਾਈ, ਗੁਰਦੇਵ ਜੀਓ ਫਤਿਹ ਸ਼ਾਹ ਰਾਜਾ ਆਪਣੀ ਧੀ ਦਾ ਵਿਆਹ ਕਾਰਜ ਰਚਾ ਰਿਹਾ ਹੈ। ਸਦਨ ਅਵਾਹਨ ਤੁਮ ਕੋ ਚਾਹਾ, ਤੇ ਆਪ ਜੀਆਂ ਨੂੰ ਆਪਣੇ ਘਰ ਦੇ ਵਿੱਚ ਵਿਆਹ ਕਾਰਜ ਦੇ ਵਿੱਚ ਸੱਦਾ ਦਿੱਤਾ ਹੈ, ਬੁਲਾਇਆ ਹੈ। ਹਿਤ ਵਡਿਆਈ ਅਧਿਕ ਉਮਾਹਾ, ਰਾਜੇ ਦੀ ਮਹਾਰਾਜ ਵਡਿਆਈ ਦੀ ਬਹੁਤੀ ਇੱਛਾ ਹੈ। ਜੇਕਰ ਹਜੂਰ ਸਤਿਗੁਰੂ ਜੀ ਆਪ ਜੀ ਇਸ ਵਿਆਹ ਕਾਰਜ ਦੇ ਵਿੱਚ ਸੰਮਿਲਿਤ ਹੋਣਗੇ, ਸਤਿਗੁਰੂ ਜੀ ਆਪ ਜੀ ਦੀ ਇਸ ਵਿਆਹ ਕਾਰਜ ਦੇ ਵਿੱਚ ਆਮਦ ਹੋਵੇਗੀ, ਤੇ ਰਾਜਾ ਚਾਹੁੰਦਾ ਵੀ ਉਸ ਦੀ ਵਡਿਆਈ ਜਿਹੜੀ ਬਹੁਤੀ ਵਧੇ ਜਾਵੇਗੀ। ਇਸ ਕਰਕੇ ਉਹਦੇ ਚਿੱਤ 'ਚ ਬਹੁਤਾ ਚਾਉ ਹੈ। ਚਰਨ ਆਪ ਕੇ ਜਬ ਤਹ ਪਰੈ, ਏ ਗੁਰਦੇਵ ਪ੍ਰੀਤਮ ਸਤਿਗੁਰੂ ਜੀਓ, ਜਦੋਂ ਫਤਿਹ ਸ਼ਾਹ ਰਾਜੇ ਦੇ ਘਰ ਹਜੂਰ ਦੇ ਚਰਨ ਪੈ ਗਏ, ਸਭ ਭਰਾਤਨ ਤੇ ਵਡਤਾ ਧਰੈ, ਸਾਰੇ ਜਿਤਨਾ ਰਾਜੇ ਦਾ ਵੱਡੇ ਭਰਾ ਭਾਈਚਾਰਾ ਆਪਸ ਦੇ ਵਿੱਚ ਸ਼ਰੀਕਾ ਹੈ, ਜਾਂ ਹੋਰ ਜਿਹੜੇ ਰਾਜੇ ਚੱਲ ਕੇ ਆਉਣੇ ਆ, ਸਾਰਿਆਂ ਦੇ ਵਿੱਚ ਹੀ ਭਰਾਵਾਂ ਦੇ ਵਿੱਚ ਰਾਜਾ ਜਿਹੜਾ ਹੈ ਉਹ ਆਪਣੇ ਆਪ ਨੂੰ ਵੱਡਾ ਮਹਿਸੂਸ ਕਰੇਗਾ, ਉਹਦੀ ਸੋਭਾ ਹੋਰ ਵੀ ਵੱਧ ਜਾਵੇਗੀ। ਸਤਿਗੁਰ ਤਿਨ ਧੀਰਜ ਦੀਨੋ, ਐਸੀ ਬੇਨਤੀ ਸੁਣ ਕਰਕੇ ਗੁਰਦੇਵ ਜੀਆਂ ਨੇ ਉਹਨਾਂ ਤਾਈਂ ਧੀਰਜ ਹੌਸਲਾ ਦੇਣਾ ਕੀਤਾ। ਮੇਰੇ ਘਰ ਵਾਸ ਪਾਵਟੇ ਕੀਨੋ, ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਤੁਸੀਂ ਭਾਈ ਪਾਉਂਟਾ ਸਾਹਿਬ ਹੀ, ਜਿਹੜੀ ਅੱਜ ਦਾ ਸਮਾਂ ਪਾਉਂਟਾ ਸਾਹਿਬ ਹੀ ਬਸਣਾ ਕਰੋ। ਫਿਰ ਉੱਥੇ ਪਾਉਂਟਾ ਸਾਹਿਬ ਹੀ ਬਸਣਾ ਕੀਤਾ। ਭਾਈ ਪਹੂਰ ਨਿਜ ਨਿਕਟ ਬੁਲਾਏ, ਜਦੋਂ ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜਿਆ। ਗੁਰੂ ਖਾਲਸਾ ਜੀ ਸਜੇ ਹੋਏ ਦੀਵਾਨ ਦੇ ਵਿੱਚ ਗੁਰਦੇਵ ਸਤਿਗੁਰਾਂ ਨੇ ਉਹ ਲਾਗੀਆਂ ਨੂੰ ਆਪਣੇ ਪਾਸ ਬੁਲਾਉਣਾ ਕੀਤਾ। ਕਰੇ ਵਿਸਰਜਨ ਦਰਬ ਦਿਵਾਏ, ਤੇ ਸਤਿਗੁਰਾਂ ਨੇ ਆਪਣੇ ਮਸੰਦ ਸਿੱਖ ਨੂੰ ਹੁਕਮ ਕਰਕੇ ਫਿਰ ਬਹੁਤ ਸਾਰਾ ਧਨ ਜਿਹੜਾ ਤੇ ਦਬਾਉਣਾ ਕੀਤਾ, ਤੇ ਨਾਲ ਹੀ ਵਿਦਾਇਗੀ ਵੀ ਦਿੱਤੀ। ਧਨ ਦੇ ਕਰਕੇ ਗੁਰੂ ਘਰ ਦੀ ਬਖਸ਼ਿਸ਼ ਸਰਪਾਓ ਦੇ ਕਰਕੇ ਵਿਸਰਜਨ ਕੀਤਾ, ਵਿਦਾ ਕੀਤਾ। ਹਮਰੇ ਆਵਨ ਮਹਿ ਸੰਦੇਹੂ, ਨਾਲ ਹੀ ਸਤਿਗੁਰਾਂ ਨੇ ਵੀ ਇਸ਼ਾਰਾ ਕਰ ਦਿੱਤਾ ਵੀ ਭਾਈ ਗੁਰੂ ਕਿਉ ਸਿੱਖੋ, ਸਾਡੇ ਆਉਣ ਦੇ ਵਿੱਚ ਤੇ ਸੰਦੇਹ ਹੈ। ਗੁਰਦੇਵ ਕਹਿੰਦੇ, ਕਹਿਣ ਤੋਂ ਭਾਵ ਗੁਰਦੇਵ ਕਹਿੰਦੇ ਵੀ ਅਸੀਂ ਇਸ ਵਿਆਹ ਕਾਰਜ ਦੇ ਵਿੱਚ ਆਪਣੇ ਨਿੱਜੀ ਕਾਰਜਾਂ ਦੇ ਚੱਲਦੇ ਆਂ, ਗੁਰੂ ਘਰ ਦੀਆਂ ਸੇਵਾਵਾਂ ਦੇ ਚੱਲਦੇ ਆਂ, ਅਸੀਂ ਇਸ ਵਿਆਹ ਕਾਰਜ ਦੇ ਵਿੱਚ ਪਹੁੰਚ ਨਹੀਂ ਪਾਵਾਂਗੇ। ਸੰਗ ਭੂਰ ਸਿੱਖ ਸੈਨ ਸਨੇਹੂ, ਗੁਰਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਹੁਕਮ ਫਰਮਾਇਆ। ਕਹਿੰਦੇ ਹਾਂਜੀ ਵੀ ਜੇ ਤੁਸੀਂ ਕਹੋ ਤੇ ਅਸੀਂ ਇੰਜ ਕਰਾਂਗੇ
ਵੀ ਸੰਗ ਭੂਰ ਸਿੱਖ ਸੈਨ ਸੁਨੇਹੂ, ਅਸੀਂ ਆਪਣੇ ਸਿੱਖਾਂ ਨੂੰ ਤੇ ਫੌਜ ਨੂੰ ਇਸ ਵਿਆਹ ਕਾਰਜ ਦੇ ਵਿੱਚ ਭੇਜਾਂਗੇ। ਕਾਰਨ ਘਨੇ ਅਪਰ ਕਹੇ ਕਹਾ। ਗੁਰਦੇਵ ਕਹਿੰਦੇ ਵੀ ਸਾਡੇ ਗੁਰੂ ਘਰ ਦੇ ਤੇ ਬਹੁਤ ਸਾਰੇ ਕਾਰਜ ਹਨ ਭਾਈ, ਹੁਣ ਤੁਹਾਨੂੰ ਕਿੰਨੇ ਕ ਦਸੀਏ। ਰਾਜੇ ਅਨਕ ਆਏ ਹੈ ਜਹਾਂ। ਫੇਰ ਉਥੇ ਜਿੱਥੇ ਵਿਆਹ ਕਾਰਜ ਹੋਣਾ ਉਥੇ ਬਹੁਤ ਸਾਰੇ ਰਾਜਿਆਂ ਨੇ ਚੱਲ ਕਰਕੇ ਆਉਣਾ ਹੈ। ਹੋਏ ਨ ਪਰ ਹੈ ਕਿਸ ਸਾਥ ਬਖੇਰਾ। ਤੇ ਗੁਰੂ ਘਰ ਦਾ ਜਿਹੜਾ ਭੀਮ ਚੰਦ ਕਹਿਲੂਰੀਏ ਦੇ ਨਾਲ ਵੈਰ ਵਿਰੋਧ ਹੈ। ਪਹਿਲਾਂ ਭੀਮ ਚੰਦ ਕਹਿਲੂਰੀਏ ਰਾਜੇ ਨੇ, ਹੁਣ ਉਹਦੀ ਲੜਕੀ ਜਿਹੜੀ ਫਤਿਹ ਸ਼ਾਹ ਰਾਜੇ ਦੀ ਲੜਕੀ ਹੈ, ਉਸ ਦਾ ਵਿਆਹ ਭੀਮ ਚੰਦ ਕਹਿਲੂਰੀਏ ਰਾਜੇ ਦੇ ਲੜਕੇ ਨਾਲ ਹੋ ਰਿਹਾ ਹੈ। ਤੇ ਭੀਮ ਚੰਦ ਕਹਿਲੂਰੀਆ ਜਿਹੜਾ ਰਾਜਾ ਹੈ ਉਹ ਗੁਰੂ ਘਰ ਦੀਆਂ ਜਿਹੜੀਆਂ ਸੁੰਦਰ ਦੁਰਲਭ ਵਸਤੂਆਂ ਨੇ, ਜਿੱਦਾਂ ਗੁਰੂ ਘਰ ਦਾ ਪ੍ਰਸ਼ਾਦੀ ਹਾਥੀ ਹੈ, ਗੁਰਦੇਵ ਮਹਾਰਾਜ ਜੀ ਦਾ 2.5 ਲੱਖਾ ਜਿਹੜਾ ਡੇਰਾ ਹੈ, ਤੰਬੂ ਹੈ, ਜਿਸ ਦਾ ਸੁੰਦਰ ਚੰਦੋਆ ਹੈ, ਤੇ ਹੋਰ ਗੁਰੂ ਮਹਾਰਾਜ ਜੀ ਦਾ ਪੰਚਕਲ ਸ਼ਸਤਰ ਹੈ, ਗੁਰੂ ਘਰ ਦੇ ਤੰਬੇਲਿਆਂ ਦੇ ਬਲਵਾਨ ਘੋੜੇ ਹਨ ਸੁੰਦਰ ਨਸਲਾਂ ਦੇ। ਐਸੀਆਂ ਗੁਰੂ ਘਰ ਦੀਆਂ ਜਿਹੜੀਆਂ ਦੁਰਲਭ ਵਸਤੂਆਂ ਨਾ, ਉਹਨਾਂ ਉੱਪਰ ਭੀਮ ਚੰਦ ਕਹਿਲੂਰੀਏ ਰਾਜੇ ਦੀ ਨੀਤ ਫਿੱਟ ਗਈ। ਗੁਰੂ ਘਰ ਦੀ ਸੋਭਾ ਦੀਆਂ ਵਸਤੂਆਂ ਵੇਖ ਕੇ ਮਨ 'ਚ ਲੋਭੀ ਦੇ ਮਨ 'ਚ ਲਾਲਚ ਹੋ ਗਿਆ, ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਾਰੀਆਂ ਵਸਤੂਆਂ ਮੈਨੂੰ ਦੇ ਦੇਣ, ਇਹ ਸਾਰੀਆਂ ਵਸਤੂਆਂ ਮੇਰੇ ਕੋਲ ਹੋਣੀਆਂ ਚਾਹੀਦੀਆਂ, ਮੈਂ ਰਾਜਾ ਤੇ ਮੇਰੇ ਕੋਲ ਹੋਣ ਫੇਰ ਚੰਗਾ। ਕਹਿੰਦਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬ ਰਾਜਿਆਂ ਦੇ ਰਾਜੇ ਆ, ਉਹਨਾਂ ਵਰਗਾ ਕਿਹੜਾ ਰਾਜਾ। ਇਹ ਜਿਹੜੇ ਸੰਸਾਰ ਦੇ ਰਾਜੇ ਆ ਇਹ ਤੇ ਥੋੜੇ ਸਮੇਂ ਦੇ ਰਾਜੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਸदैव ਕਾਲ ਰਾਜ ਹੈ, ਤ੍ਰਿਲੋਕੀ ਨਾਥ ਸਾਰੀ ਸ੍ਰਿਸ਼ਟੀ ਦੇ ਰਾਜੇ ਆ, ਉਹਨਾਂ ਵਰਗਾ ਭਲਾ ਕੌਣ ਰਾਜਾ। ਸੋ ਇਸ ਤਰ੍ਹਾਂ ਇਹ ਭੀਮ ਚੰਦ ਦੇ ਚਿੱਤ 'ਚ ਗੁਮਾਨ ਆ ਗਿਆ, ਕਹਿੰਦਾ ਵੀ ਇਹ ਜਿਹੜੀਆਂ ਸਰਾਜ ਸਾਜ ਦੀਆਂ ਵਸਤੂਆਂ ਤੇ ਰਾਜਿਆਂ ਕੋਲੇ ਸੋਭਦੀਆਂ, ਮੈਂ ਰਾਜਾ, ਮੇਰੇ ਕੋਲ ਹੋਣ ਤਾਂ ਮੇਰੀ ਸੋਭਾ ਵਧੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਇਹਨਾਂ ਵਸਤੂਆਂ ਦੀ ਲੋੜ ਨਹੀਂ। ਭੀਮ ਚੰਦ ਕਹਿਲੂਰੀਏ ਨੇ ਚਿੱਤ 'ਚ ਗੁਰੂ ਘਰ ਦੀਆਂ ਵਸਤੂਆਂ ਦੇਖ ਕੇ ਇੰਜ ਵਿਚਾਰਿਆ, ਸੋਚਿਆ, ਫਿਰ ਬਾਰ-ਬਾਰ ਕਿਤੇ ਆਪਣਾ ਦੂਤ ਭੇਜ ਕੇ, ਕਿਤੇ ਕੋਤਵਾਲ ਭੇਜ ਕੇ ਗੁਰੂ ਘਰ ਦੀਆਂ ਵਸਤੂਆਂ ਨੂੰ ਮੰਗਣ ਦਾ ਯਤਨ ਕੀਤਾ। ਹਰ ਵਾਰ ਗੁਰਦੇਵ ਜੀ ਇਹ ਕਹਿ ਦਿੰਦੇ ਵੀ ਭਾਈ ਜਿਹੜੀਆਂ ਇਹ ਗੁਰੂ ਘਰ ਦੀਆਂ ਵਸਤੂਆਂ ਇਹ ਗੁਰੂ ਕੀ ਸੰਗਤ ਦੀਆਂ, ਸੰਗਤ ਇਹਨਾਂ ਵਸਤੂਆਂ ਨੂੰ ਚਾਅ ਨਾਲ ਦੂਰ ਦਰਾਡਿਆਂ ਇਲਾਕਿਆਂ ਦੇਸਾਂ ਪ੍ਰਦੇਸਾਂ ਤੋਂ ਲਿਆ ਕਰਕੇ ਗੁਰੂ ਘਰ ਦੇ ਵਿੱਚ ਚੜਾਉਂਦੀ ਹੈ। ਇਹ ਸਾਰੀਆਂ ਵਸਤੂਆਂ ਸੰਗਤਾਂ ਦੀਆਂ ਹੀ ਆ ਗੁਰਦੇਵ ਕਹਿੰਦੇ, ਤੇ ਜਿਹੜੀ ਵੀ ਸੰਗਤ ਦੀ ਭੇਟਾ ਹੈ ਇਹ ਗੁਰੂ ਘਰ ਵਾਸਤੇ ਹੈ, ਇਹ ਅਸੀਂ ਕਿਸੇ ਨੂੰ ਨਹੀਂ ਦਿੰਦੇ। ਫਿਰ ਜਿਹੜਾ ਇਹ ਵਸਤੂਆਂ ਦਿੱਤੀਆਂ, ਇਹ ਜਿਹੜਾ ਅਸਾਮ ਦਾ ਰਾਜਾ ਹੈ ਨਾ, ਉਹਨੇ ਗੁਰਦੇਵ ਕਹਿੰਦੇ ਬੜੇ ਪ੍ਰੇਮ ਨਾਲ ਭੇਟਾ ਕੀਤਾ, ਪ੍ਰਸ਼ਾਦੀ ਹਾਥੀ ਪੰਚਕਲ ਸ਼ਸਤਰ, ਤੇ ਉਹਨੇ ਬੇਨਤੀ ਕੀਤੀ ਹੈ ਵੀ ਸਾਹਿਬ ਜੀ ਇਹਨਾਂ ਨੂੰ ਆਪਣੇ ਪਾਸ ਹੀ ਰੱਖਿਓ। ਇਸ ਕਰਕੇ ਗੁਰਦੇਵ ਕਹਿੰਦੇ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ। ਤੇ ਇਸੇ ਗੱਲ ਤੋਂ ਫਿਰ ਜਿਹੜਾ ਭੀਮ ਚੰਦ ਕਹਿਲੂਰੀਆ ਰਾਜਾ ਜਦੋਂ ਗੁਰੂ ਘਰ ਦੀਆਂ ਵਸਤੂਆਂ ਨੂੰ ਦੇਣ ਤੋਂ ਇਨਕਾਰ ਕਰਤਾ ਨਾ, ਫਿਰ ਇਹਦੇ ਮਨ 'ਚ ਆਇਆ ਵੀ ਸ਼ਾਇਦ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਡਰਾ ਲਵਾਂਗਾ, ਧਮਕਾ ਲਵਾਂਗਾ, ਸ਼ਾਇਦ ਮੇਰੇ ਰਾਜ ਦੇ ਪ੍ਰਤਾਪ ਕਰਕੇ, ਫੌਜਾਂ ਦੇ ਬਲ ਕਰਕੇ, ਹਥਿਆਰਾਂ ਦੇ ਜ਼ੋਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਡਰ ਕਰਕੇ ਵਸਤੂਆਂ ਦੇ ਦੇਣਗੇ। ਫਿਰ ਇਹਨੇ ਇੱਕ ਚਿੱਠੀ ਲਿਖ ਕਰਕੇ ਆਪਣੇ ਦੂਤ ਦੇ ਹੱਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਧਮਕੀ ਦਿੱਤੀ, ਜੇ ਤੁਸੀਂ ਪ੍ਰੇਮ ਨਾਲ ਇਹ ਵਸਤੂਆਂ ਨਹੀਂ ਦਵੋਗੇ ਨਾ ਤੇ ਅਸੀਂ ਖੋ ਕੇ ਲੈ ਜਾਾਂਗੇ, ਜਬਰੀ ਆਨੰਦਪੁਰ ਲੁੱਟ ਲਵਾਂਗੇ। ਕਹਿੰਦਾ ਸਾਰਾ ਤੁਹਾਡਾ, ਜਿਹੜੀਆਂ ਵਸਤੂਆਂ ਪ੍ਰੇਮ ਨਾਲ ਨਹੀਂ ਨਾ ਦਿੰਦੇ ਫਿਰ ਲੁੱਟ ਕੇ ਲੈ ਕੇ ਜਾਵਾਂਗੇ। ਤੇ ਗੁਰਦੇਵ ਮਹਾਰਾਜ ਜੀ ਨੇ ਉਹਦੀ ਲਿਖਾਰੀ ਸਿੱਖ ਨੂੰ ਹੁਕਮ ਕੀਤਾ। ਗੁਰਦੇਵ ਕਹਿੰਦੇ ਵੀ ਭਾਈ ਇੱਕ ਖਤ ਤੂੰ ਲਿਖ, ਹੁਣ ਲੇਖੇ ਦੇ ਵਿੱਚ ਵੀ ਸਾਡੇ ਵੱਲੋਂ ਤੇ ਤਿਆਰੀ ਹੈ ਰਾਜਨ, ਆ ਜਾ, ਅਸੀਂ ਵੀ ਸਾਡੇ ਸਿੱਖਾਂ ਦੀ ਨਵੀਂ ਫੌਜ ਬਣਾਈ ਹੈ ਜੀ, ਤੇ ਅਸੀਂ ਸਿੱਖਾਂ ਦੀ ਵੀਰਤਾ ਦੀ ਪਰਖ ਕਰਨੀ ਆ, ਚੈੱਕ ਕਰਕੇ ਦੇਖਣੇ ਆ ਸਾਡੇ ਸਿੱਖ ਸੂਰਮਿਆਂ 'ਚ ਕਿੰਨਾ ਕੁ ਬਲ ਆਇਆ, ਤੇ ਸਾਡੀ ਵੀ ਇੱਛਾ ਵੀ ਸਿੱਖਾਂ ਦੀ ਇੱਕ ਜੰਗ ਕਰਵਾਈ ਜਾਵੇ। ਆ ਤੂੰ ਛੇਤੀ ਕਰ, ਹੁਣ ਢਿੱਲ ਨਾ ਕਰ, ਦੇਰੀ ਨਾ ਲਾ। ਐਸਾ ਜਵਾਬ ਵੀਰ ਰਸ ਦੇ ਵਿੱਚ ਗੁਰਦੇਵ ਜੀ ਨੇ ਭੇਜਿਆ। ਤੇ ਆਨੰਦਪੁਰ ਸਾਹਿਬ ਕਾਰੀਗਰਾਂ ਨੂੰ, ਸਾਰੇ ਲੋਹਾਰ ਸਿੱਖਾਂ ਨੂੰ, ਸਾਰੇ ਗੁਰੂ ਕੇ ਮਸੰਦਾਂ ਨੂੰ, ਭਾਈ ਆਨੰਦ ਚੰਦ ਦੀਵਾਨ ਨੂੰ, ਮਾਮਾ ਬਾਬਾ ਕਿਰਪਾਲ ਜੀ ਨੂੰ ਹੁਕਮ ਦੇ ਦਿੱਤਾ, ਛੇਤੀ ਜੰਗ ਦੀ ਸਾਰੀ ਤਿਆਰੀ ਕਰੋ, ਜੰਗ ਦਾ ਸਾਜ਼ ਇਕੱਠਾ ਕਰੋ। ਕਾਰੀਗਰਾਂ ਨੂੰ ਹੁਕਮ ਦਿੱਤਾ ਸ਼ਾਸਤਰਾਂ ਤੇ ਧਾਰਾਂ ਲਾ ਦਿਓ। ਸਾਰੀ ਜੰਗ ਦੀ ਤਿਆਰੀ ਕੀਤੀ ਗਈ। ਤੇ ਉਧਰ ਭੀਮ ਚੰਦ ਰਾਜਾ, ਉਹਦੇ ਪਾਸ ਜਦੋਂ ਖਬਰ ਪੁੱਜੀ ਨਾ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੇ ਜੰਗ ਕਰਨ ਨੂੰ ਤਿਆਰ ਹੈ, ਸਤਿਗੁਰੂ ਜੀ ਤੇ ਸਨੱਧਬੱਧ ਹੋ ਗਏ, ਕਮਰ ਕਸਾ ਕਰ ਲਿਆ,
ਸਿੱਖਾਂ ਨੂੰ ਹੁਕਮ ਦੇ ਦਿੱਤਾ, ਫੌਜਾਂ ਤਿਆਰ ਬਰ ਤਿਆਰ ਹੋ ਗਈਆਂ ਤੇ ਭੀਮ ਚੰਦ ਦਾ ਡਰਦੇ ਦਾ ਹੌਸਲਾ ਨਹੀਂ ਪਿਆ। ਉਹਦੇ ਜਿਹੜੇ ਸਾਥੀ ਰਾਜੇ ਆ ਨਾ, ਕਿਰਪਾਲ ਚੰਦ ਕਟੋਚੀਏ ਵਰਗੇ, ਕੇਸਰੀ ਚੰਦ ਵਰਗੇ, ਉਹਨਾਂ ਸਮਝਾਇਆ, ਰਾਜਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਪ੍ਰਤਾਪੀ ਹੈ, ਗੁਰੂ ਨਾਨਕ ਦੀ ਗੱਦੀ ਦੇ 10ਵੇਂ ਮਾਲਕ ਆਪ ਹੈ, ਕਰਾਮਾਤ ਦੇ ਧਨੀ ਹੈ, ਜਿਨ੍ਹਾਂ ਦੀ ਕਮਾਲੇ ਕਰਾਮਾਤ ਹੈ, ਉਹਨਾਂ ਦੇ ਨਾਲ ਤੇਰਾ ਵੈਰ ਪੁੱਗਣਾ ਨਹੀਂ ਹੈ। ਭੀਮ ਚੰਦ ਦਾ ਵਜ਼ੀਰ ਸਿਆਣਾ, ਉਹਨੇ ਵੀ ਸਮਝਾਇਆ, ਤੇਰੇ ਘਰ ਖੁਸ਼ੀ ਦਾ ਕਾਰਜ ਹੈ, ਤੇਰੇ ਲੜਕੇ ਦੇ ਵਿਆਹ ਦਾ ਸਮਾਂ ਹੈ, ਸੋ ਵਿਆਹ ਦੇ ਵਿੱਚ ਜੰਗ ਜਿਹੜੀ ਨਹੀਂ ਕਰੀਦੀ, ਫਿਰ ਉਹਦੇ ਨਾਲ ਵਿਆਹ ਦਾ ਰੰਗ ਭੰਗ ਹੋ ਜਾਂਦਾ। ਜੇ ਵਿਆਹ 'ਚ ਜੰਗ ਹੋ ਜੇ ਨਾ, ਹੁਣ ਜੰਗ ਦਾ ਤੇ ਕੰਮ ਹੀ ਇਹ ਆ ਵੀ ਮਰਨਾ ਤੇ ਮਾਰਨਾ। ਹੁਣ ਜਦੋਂ ਜੰਗ ਦੇ ਵਿੱਚ ਮਰਨ ਮਾਰਨ ਹੋਊਗਾ, ਸ਼ਸਤਰ ਚੱਲਣਗੇ, ਤੇ ਫਿਰ ਉੱਥੇ ਸੁਭਾਵਕ ਆ, ਉੱਥੇ ਰਕਤ ਡੁੱਲੇਗਾ, ਬਹੁਤ ਸਾਰੇ ਲੋਕ ਮਾਰੇ ਵੀ ਜਾਣਗੇ, ਬਹੁਤ ਸਾਰੇ ਜ਼ਖਮੀ ਵੀ ਹੋਣਗੇ, ਫਿਰ ਉਹਦੇ ਨਾਲ ਵਿਆਹ ਦੀ ਖੁਸ਼ੀ ਨਹੀਂ ਰਹਿਣੀ। ਉਹਦੇ ਸਾਥੀਆਂ ਸਮਝਾਇਆ, ਇਸ ਕਰਕੇ ਭੀਮ ਚੰਦ ਆਪ ਹੀ ਉਸ ਜੰਗ ਤੋਂ ਪਿਛਾਂਹ ਹਟ ਗਿਆ, ਢਿੱਲਾ ਜਾ ਪੈ ਗਿਆ। ਉਥੋਂ ਗੁਰੂ ਘਰ ਦਾ ਜਿਹੜਾ ਭੀਮ ਚੰਦ ਨਾਲ ਵੈਰ ਵਧਿਆ ਹੋਇਆ, ਭੀਮ ਚੰਦ ਆਪ ਕਹਿ ਕੇ ਆਪਣੇ ਵੱਲੋਂ ਧਮਕੀ ਦੇ ਕੇ ਫਿਰ ਆਨੰਦਪੁਰ ਸਾਹਿਬ ਜੰਗ ਕਰਨ ਨਹੀਂ ਆਇਆ। ਤੇ ਇਸ ਤਰ੍ਹਾਂ ਕਰਕੇ ਜਿਹੜਾ ਇਹ ਰਾਜੇ ਲੋਕ ਹੈ, ਇਹਨਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਸਾਡਾ ਤਾਂ ਭਾਈ ਬਖੇੜਾ ਹੈ, ਸਾਡਾ ਤਾਂ ਵਿਰੋਧ ਹੈ। ਉਥੇ ਰਾਜੇ ਲੋਕ ਚੱਲ ਕੇ ਆਉਣਗੇ, ਸੁਭਾਵਕ ਹੁਣ ਭੀਮ ਚੰਦ ਦੇ ਲੜਕੇ ਦਾ ਵਿਆਹ, ਉਹਨੇ ਬਰਾਤ ਲੈ ਕੇ ਆਉਣਾ, ਸੋ ਉੱਥੇ ਸਾਡਾ ਕੋਈ ਝਗੜਾ ਨਾ ਹੋ ਜਾਵੇ। ਕੀਤਕ ਪੂਰਬ ਬਾਢਿਓ ਚਿਹਰਾ, ਇਸ ਕਰਕੇ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲਾਂ ਸਾਡਾ ਉਹਨਾਂ ਨਾਲ ਬਹੁਤ ਸਾਰਾ ਝਗੜਾ ਵਧਿਆ ਹੋਇਆ ਹੈ। ਨਿਜ ਦੀਵਾਨ ਪਠਾਵਨ ਕਰਾ, ਰਾਜੇ ਨੇ ਸੱਦਾ ਭੇਜਿਆ ਤੇ ਗੁਰਦੇਵ ਕਹਿੰਦੇ ਅਸੀਂ ਸੱਦੇ ਦਾ ਮਾਣ ਜ਼ਰੂਰ ਰੱਖਾਂਗੇ, ਅਸੀਂ ਆਪਣੇ ਦੀਵਾਨ ਦੇ ਤਾਈਂ ਭਾਈ ਆਨੰਦ ਚੰਦ ਤਾਈਂ ਭੇਜਣਾ ਕਰਾਂਗੇ। ਕੀਤਕ ਸੈਨ ਤਿਨਹੁ ਸੰਗ ਕਰਾ, ਨਾਲ ਕੁਝ ਕੁ ਫੌਜ ਵੀ ਭੇਜਣੀ ਕਰਾਂਗੇ। ਇਤਿਆਦਿਕ ਸੋ ਨਰ ਸੁਨ ਕਾਨ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਜਿਹੜੇ ਲਾਗੀ ਸੱਦਾ ਲੈ ਕੇ ਆਏ ਆ, ਉਹਨਾਂ ਤਾਈਂ ਹੁਕਮ ਕਰਨਾ ਕੀਤਾ ਤੇ ਉਹਨਾਂ ਨੇ ਹਜੂਰ ਦੇ ਹੁਕਮ ਨੂੰ ਕੰਨੀ ਸੁਣਿਆ। ਬੰਦਤ ਨਿਰਪਟਿਗ ਕੀਨ ਭਿਆਨ, ਹੱਥ ਜੋੜ ਕਰਕੇ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਫਿਰ ਸ਼੍ਰੀਨਗਰ ਦੇ ਰਾਸਤੇ ਤੇ ਆਪਣੇ ਰਾਜੇ ਵੱਲ ਨੂੰ ਚੱਲ ਪਏ। ਜਾਏ ਪ੍ਰਸੰਗ ਸੁਨਾਵਨ ਕਰਿਓ, ਜਦੋਂ ਸ਼੍ਰੀਨਗਰ ਜਾ ਪਹੁੰਚੇ ਨਾ, ਫਤਿਹ ਸ਼ਾਹ ਰਾਜੇ ਦੇ ਪਾਸ ਜਾ ਕਰਕੇ ਫਿਰ ਲਾਗੀ ਨੇ ਸਾਰੀ ਜੋ ਪ੍ਰਸੰਗ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਵਾਰਤਾਲਾਪ ਹੋਈ, ਸਾਰੀ ਸੁਣਾਉਣੀ ਕੀਤੀ। ਬਚ ਕਲਗੀਧਰ ਜਥਾ ਉਚਰਿਓ, ਜਿਸ ਤਰ੍ਹਾਂ ਗੁਰਦੇਵ ਕਲਗੀਧਰ ਪ੍ਰੀਤਮ ਸਤਿਗੁਰਾਂ ਨੇ ਬਚਨ ਉਚਾਰਨ ਕੀਤੇ, ਜੋ ਜੋ ਹੁਕਮ ਫਰਮਾਇਆ, ਸਾਰੇ ਹੀ ਜਾ ਕੇ ਲਾਗੀ ਨੇ ਰਾਜੇ ਨੂੰ ਸੁਣਾਉਣਾ ਕੀਤਾ। ਸਕਲ ਭਾਂਤ ਤਿਆਰੀ ਕਰਵਾਈ, ਸਾਰੇ ਤਰ੍ਹਾਂ ਦੀ ਰਾਜੇ ਦੇ ਘਰ ਦੇ ਵਿੱਚ ਤਿਆਰੀ ਹੋ ਰਹੀ ਹੈ। ਫਤਿਹ ਸ਼ਾਹ ਉਰ ਮੋਦ ਬਢਾਈ, ਇਹ ਫਤਿਹ ਸ਼ਾਹ ਰਾਜੇ ਦੀ ਧੀ ਦਾ ਵਿਆਹ ਹੈ। ਜਿਸ ਪਿਤਾ ਦੀ ਧੀ ਦਾ ਵਿਆਹ ਹੁੰਦਾ ਨਾ, ਉਹਨੂੰ ਚਾਅ ਵੀ ਬਹੁਤ ਹੁੰਦਾ। ਇੱਕ ਤੇ ਧੀ ਘਰੋਂ ਵਿਦਾ ਹੋਣੀ ਹੁੰਦੀ, ਇਸ ਗੱਲ ਦਾ ਦੁੱਖ ਵੀ ਹੁੰਦਾ, ਚਿੱਤ ਦੇ ਵਿੱਚ ਗਮ ਵੀ ਹੁੰਦਾ। ਜਿਹੜਾ ਧੀ ਦਾ ਵਿਆਹ ਹੈ ਨਾ, ਇਹਦੇ ਵਿੱਚ ਗਮ ਵੀ ਹੁੰਦਾ। ਮਾਪੇ ਜਿਹੜੇ ਆ ਬਚਪਨ ਤੋਂ, ਜਨਮ ਸਮੇਂ ਤੋਂ ਲੈ ਕਰਕੇ ਬੜੇ ਲਾਡ ਪ੍ਰੇਮ ਚਾਹ ਦੇ ਨਾਲ ਧੀ ਨੂੰ ਪਾਲਦੇ ਆ, ਪੜਾਉਂਦੇ ਲਿਖਾਉਂਦੇ ਆ। ਫਿਰ ਧੀ ਜਵਾਨ ਹੋ ਜਾਂਦੀ, ਉਹਦਾ ਵਿਆਹ ਕਾਰਜ ਕਰਕੇ ਤੇ ਉਹਨੂੰ ਸਹੁਰੇ ਘਰ ਭੇਜਣਾ ਹੈ। ਇਸ ਗੱਲ ਦਾ ਚਿੱਤ ਦੇ ਵਿੱਚ ਗਮ ਵੀ ਹੈ। ਪਰ ਰਾਜੇ ਦੀ ਹੁਣ ਰਾਜਕੁਮਾਰੀ ਦਾ ਵਿਆਹ ਹੈ, ਚਿੱਤ ਦੇ ਵਿੱਚ ਚਾਉ ਵੀ ਬਹੁਤ ਹੈ। ਬਹੁਤੇ ਆਏ ਮੇਲ ਮਹਾਰਾਜੇ, ਬਹੁਤ ਸਾਰੇ ਰਾਜਿਆਂ ਨੂੰ ਸੱਦਾ ਦਿੱਤਾ ਗਿਆ ਮੇਲ ਦੇ ਵਿੱਚ। ਲੜਕੀ ਵਾਲੇ ਪਰਿਵਾਰ ਵੱਲੋਂ ਮੇਲ ਦੇ ਵਿੱਚ ਬਹੁਤ ਸਾਰੇ ਰਾਜੇ ਸ਼ਾਮਲ ਹੋਏ ਹਨ। ਉਤ ਬਰਾਤ ਮਹ ਬਿਰੰਦ ਬਿਰਾਜੇ, ਉਧਰੋਂ ਬਰਾਤ ਦੇ ਵਿੱਚ ਭੀਮ ਚੰਦ ਰਾਜੇ ਨੇ ਵੀ ਬਹੁਤ ਸਾਰੇ ਆਪਣੇ ਮਿੱਤਰ ਰਾਜਿਆਂ ਨੂੰ ਬਰਾਤ ਦੇ ਵਿੱਚ ਨਾਲ ਲੈ ਕੇ ਆਉਣਾ ਹੈ। ਸਕਲ ਗਿਰੰਤਹਾਰਾ ਪਤ ਮਿਲੇ, ਸਾਰੀ ਜਿਤਨੀ ਪਹਾੜੀ ਰਾਜ ਦੀਆਂ ਜਿੰਨੀਆਂ ਇਹ 22 ਧਾਰਾਂ ਸਨ, ਸਾਰੀਆਂ 22 ਧਾਰ ਦੇ ਸਾਰੇ ਰਾਜਿਆਂ ਦਾ ਇਸ ਵਿਆਹ ਕਾਰਜ ਦੇ ਵਿੱਚ ਮੇਲ ਹੋਣਾ ਹੈ। ਹੋਏ ਉਤਸ਼ਾਹ ਵਿਆਹ ਕੋ ਭਲੇ, ਇਸ ਕਰਕੇ ਵੀ ਜਿਹੜਾ ਵਿਆਹ ਦਾ ਸਾਰਿਆਂ ਨੂੰ ਹੀ ਬਹੁਤ ਚਾਅ ਹੈ। ਘਨੋ ਅੰਤ ਕ੍ਰਿਤ ਕੋ ਪਕਵਾਨ, ਬੜਾ ਫਤਿਹ ਸ਼ਾਹ ਰਾਜੇ ਨੇ ਚਾਅ ਕੀਤਾ, ਬਹੁਤੀ ਤਿਆਰੀ ਕਰਵਾ ਰਿਹਾ। ਬਹੁਤ ਸਾਰਾ ਘਨੋ ਅੰਨ ਅਨਾਜ ਨੂੰ ਕਹਿੰਦੇ ਆ, ਬਹੁਤ ਸਾਰਾ ਅਨਾਜ ਜਿਹੜਾ ਹੈ ਉਹ ਇਕੱਠਾ ਕਰਵਾ ਰਿਹਾ ਹੈ। ਮਧੁਰ ਕਰਹਿ ਰਖਵਾਏ ਮਹਾਨ, ਜਿਹੜੇ ਹਨ ਬਹੁਤ ਸਾਰਾ ਘਿਓ, ਦੇਸੀ ਘਿਓ ਇਕੱਠਾ ਕਰਵਾ ਕਰਕੇ ਅਨੇਕਾਂ ਪ੍ਰਕਾਰ ਦੇ ਪਕਵਾਨ ਬਣਾਏ ਜਾ ਰਹੇ ਹਨ। ਮਿੱਠੇ ਮਧੁਰ ਜਿਹੜੇ ਮਿੱਠੇ ਪਦਾਰਥ, ਮਠਿਆਈਆਂ ਇਤਿਆਦਿ ਤਿਆਰ ਕਰਵਾ ਕੇ ਭਾਜੀਆਂ ਰਖਵਾਈਆਂ ਜਾ ਰਹੀਆਂ ਹਨ।
ਤ੍ਰਿਣ ਦਾਨਾ ਕੇ ਸੰਚ ਅੰਬਾਰ। ਫਿਰ ਕੱਖ ਪਠਾਣ ਉਸ ਸਮੇਂ ਜਿਹੜੇ ਘੋੜੇ ਤੇ ਹਾਥੀ ਸਾਧਨ ਦਾ ਕੰਮ ਵੀ ਜਿਹੜਾ ਘੋੜੇ ਹਾਥੀ ਬਲਦ ਉੱਠ ਇਹ ਸਾਰੇ ਜਿਹੜੇ ਸਾਧਨ ਹੁੰਦੇ ਸਨ ਤੇ ਇਸ ਕਰਕੇ ਹੁਣ ਬਹੁਤ ਸਾਰੇ ਇੰਨੀ ਬਰਾਤ ਹੋਣੀਆਂ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਰਾਤ ਆਵੇਗੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੇਲ ਇਕੱਠਾ ਹੋਇਆ। ਇਸ ਕਰਕੇ ਬਹੁਤ ਸਾਰਾ ਜਿਹੜੇ ਪਸ਼ੂ ਆਉਣੇ ਆ, ਜਾਨਵਰ ਆਉਣੇ ਆ ਨਾ, ਤੇ ਉਹਨਾਂ ਵਾਸਤੇ ਵੀ ਜਿੱਦਾਂ ਬਲਦ ਆਉਣਗੇ, ਉੱਠ ਆਉਣਗੇ ਸਾਰੇ, ਫਿਰ ਘੋੜ ਸਵਾਰਾਂ ਦੇ ਘੋੜੇ ਵੀ ਆਉਣਗੇ, ਰਾਕੇ ਆਉਣਗੇ, ਉਹਨਾਂ ਵਾਸਤੇ ਬਹੁਤ ਸਾਰਾ ਕੱਖ ਦਾਣਾ ਪੱਠਾ ਸਾਰਾ ਇਕੱਠਾ ਕੀਤਾ ਗਿਆ। ਅੰਬਾਰ ਵੱਡੇ ਵੱਡੇ ਢੇਰ ਲਾ ਦਿੱਤੇ ਗਏ। ਖਰਚ ਹੈ ਧਨ ਕਾ ਬਣਿਓ ਉਦਾਰ। ਬੜਾ ਕਹਿੰਦੇ ਧਨ ਖਰਚ ਦਾ ਵੀ ਸਮਾਂ ਆ ਗਿਆ ਹੁਣ ਜੀ, ਵਿਆਹ ਕਾਰਜ ਦਾ ਸਮਾਂ, ਰਾਜੇ ਦੀ ਲੜਕੀ ਦਾ ਵਿਆਹ ਸੋ ਸੁਭਾਵਕ ਹੈ, ਉੱਥੇ ਬੜਾ ਕਹਿੰਦੇ ਵੀ ਧਨ ਖਰਚਾ ਕੀਤਾ ਜਾ ਰਿਹਾ ਹੈ। ਹਿਤ ਸਤਿਗੁਰ ਉਰ ਵਿਖੈ ਵਿਚਾਰਾ। ਇਧਰ ਗਰੀਬ ਨਵਾਜ ਕਲਗੀਧਰ ਸੱਚੇ ਪਾਤਸ਼ਾਹ ਸਾਹਿਬ ਗੁਰਦੇਵ ਜੀ ਮਹਾਰਾਜ ਪਾਵਟਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਸਤਿਗੁਰੂ ਜੀ ਬਿਰਾਜਮਾਨ ਹੈ ਤੇ ਹਜੂਰ ਨੇ ਔਰ ਹਿਰਦੇ ਅੰਤਰ ਵਿਚਾਰਨਾ ਕੀਤਾ। ਰਾਜਨੀਤ ਕੋ ਜਿਤਕ ਪ੍ਰਕਾਰਾ। ਫਿਰ ਸਾਰੀ ਰਾਜਨੀਤੀ ਦੀ ਵੀ ਵਿਚਾਰ ਕਰਨੀ ਕੀਤੀ ਹੈ। ਕੰਨਿਆ ਵਿਆਹ ਵਿਖੇ ਕਛ ਦੇ ਨਾ। ਜਿੱਦਾਂ ਸੰਸਾਰ ਦੀ ਸਮਾਜਿਕ ਰੀਤੀ ਹੈ ਵੀ ਜਦੋਂ ਲੜਕੀ ਦਾ ਵਿਆਹ ਕਾਰਜ ਹੁੰਦਾ ਨਾ, ਵਿਆਹ ਲੜਕੀ ਦੇ ਵਿਆਹ ਦਾ ਸੱਦਾ ਆਉਂਦਾ ਹੈ, ਉਸ ਸਮੇਂ ਸਾਧ ਸੰਗਤ ਲੜਕੀ ਵਾਲੇ ਪਰਿਵਾਰ ਦੀ ਕੋਈ ਨਾ ਕੋਈ ਮਦਦ ਕਰੀਦੀ ਹੈ। ਲੜਕੀ ਨੂੰ ਵਿਆਹ ਦੇ ਵਿੱਚ ਕੋਈ ਨਾ ਕੋਈ ਵੱਡੀ ਭੇਟ ਦਈਦੀ ਆ, ਕੋਈ ਨਾ ਕੋਈ ਤੋਹਫਾ ਦਈਦਾ ਹੈ। ਹਾਂਜੀ, ਜਗਤ ਰੀਤ ਠਾਨ ਹੈ ਸਭ ਲੈਣਾ। ਇਹ ਸਾਰੇ ਸੰਸਾਰ ਦੀ ਰੀਤੀ ਹੈ। ਸੰਸਾਰ ਦੇ ਵਿੱਚ ਵਿਆਹ ਕਾਰਜ ਹੁਣ ਵੀ ਜਦੋਂ ਹੁੰਦਾ ਹੈ ਸੋ ਇਸੇ ਤਰ੍ਹਾਂ ਹੀ ਸਾਰੀ ਰੀਤੀ ਕੀਤੀ ਜਾਂਦੀ ਹੈ। ਲੈਣ ਦੇਣ ਵਿਆਹ ਕਾਰਜ ਦੇ ਸਮੇਂ ਕੀਤਾ ਜਾਂਦਾ ਹੈ। ਜਾਨ ਆਪਣੀ ਉੱਚ ਵਡਾਈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉੱਚੀ ਵਡਿਆਈ ਹੈ। ਜਗਤ ਦੇ ਵਿੱਚ ਵੱਡੀ ਸ਼ੋਭਾ ਹੈ, ਵੱਡੀ ਮਹਿਮਾ ਹੈ ਗੁਰਦੇਵ ਪ੍ਰੀਤਮ ਸਤਿਗੁਰਾਂ ਦੀ। ਉਸ ਸਾਰੀ ਵੱਡੀ ਵਡਿਆਈ ਨੂੰ, ਵੱਡੀ ਮਹਿਮਾ ਨੂੰ ਵਿਚਾਰ ਕਰਕੇ ਦੁਤੀਏ ਪਿਖ ਹੈ ਬ੍ਰਿੰਦ ਗਿਰ ਰਾਈ। ਤੇ ਦੂਜੀ ਤਰਫ ਹੁਣ ਜਿੱਧਰੋਂ ਸੱਦਾ ਆਇਆ ਲੜਕੀ ਵਾਲੇ ਪਰਿਵਾਰ ਵੱਲੋਂ, ਉਹ ਵੀ ਰਾਜੇ ਆ, ਉਹਨਾਂ ਦੀ ਵੀ ਰਾਜਿਆਂ ਦੀ, ਹੁਣ ਉਹ ਰਾਜ ਪਰਿਵਾਰ ਹੈ, ਉਹਨਾਂ ਦੀ ਆਪਣੀ ਰਾਜਸੀ ਸ਼ੋਭਾ ਹੈ। ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ ਸੰਸਾਰ ਤੋਂ ਸਭ ਤੋਂ ਉੱਚਾ ਦਰ ਹੈ। ਇਸ ਦਰ ਦੀ ਹੋਰ ਵੀ ਉੱਚੀ ਸ਼ੋਭਾ ਹੈ। ਲੱਖਾਂ ਰਾਜੇ ਇਸ ਦਰ ਦੀ ਬਰਾਬਰੀ ਨਹੀਂ ਕਰ ਸਕਦੇ ਸੰਸਾਰ 'ਚ। ਇਸ ਦਰ ਦੀ ਐਸੀ ਉੱਚੀ ਸ਼ੋਭਾ ਹੈ ਜੀ, ਇਹ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਉੱਚਾ ਦਰ ਹੈ। ਇਹ ਸਾਰੀ ਵਡਿਆਈ ਨੂੰ ਵਿਚਾਰ ਕਰਕੇ ਬਹੁਰੋ ਚਿਤ ਉਦਾਰ ਗੁਰ ਕੇਰਾ। ਫਿਰ ਗਰੀਬ ਨਵਾਜ ਸਤਿਗੁਰੂ, ਉਹਨਾਂ ਦਾ ਚਿੱਤ ਬਹੁਤਾ ਉਦਾਰ ਹੈ। ਜਾਂ ਤੇ ਚਾਹਤ ਦਿਓ ਕਨੇਰਾ। ਲੜਕੀ ਦਾ ਵਿਆਹ ਦੇ ਵਿੱਚ ਸੱਦਾ ਆਇਆ, ਸਤਿਗੁਰਾਂ ਨੇ ਕੋਈ ਨਾ ਕੋਈ ਭੇਟ ਦੇਣੀ ਹੈ। ਹੁਣ ਭੇਟ ਦੇਣੀ ਹੈ, ਸਤਿਗੁਰਾਂ ਦਾ ਦਿਲ ਵੀ ਖੁੱਲ੍ਹਾ ਹੈ, ਗੁਰੂ ਘਰ ਦੀ ਉੱਚੀ ਵਡਿਆਈ ਹੈ। ਫਤਿਹ ਸ਼ਾਹ ਰਾਜਾ ਹੁਣ ਸਾਰੀ ਗੱਲ ਨੂੰ ਵਿਚਾਰ ਕਰਕੇ ਮਹਾਰਾਜ ਚਾਹੁੰਦੇ ਸਨ ਕੋਈ ਸੁੰਦਰ ਭੇਟਾ ਤੇ ਵੱਡੀ ਭੇਟਾ ਦਿੱਤੀ ਜਾਵੇ। ਜੇਵਰ ਜਰੇ ਜਰਾਵ ਜਵਾਹਰ। ਜੇਵਰ ਗਹਿਣਿਆਂ ਨੂੰ ਕਹਿੰਦੇ ਆ, ਸੁੰਦਰ ਗਹਿਣੇ ਜਿਹੜੇ ਜਿਨ੍ਹਾਂ ਦੇ ਵਿੱਚ ਜਵਾਹਰ ਰਤਨ ਇਤਿਆਦ ਜੜੇ ਜਾਣ। ਜਾਗਤ ਜੇਬ ਜਿਨਹੁ ਕੀ ਜਾਹਰ। ਜਿਨ੍ਹਾਂ ਦੀ ਕਹਿੰਦੇ ਭਾਈ ਬਹੁਤੀ ਸ਼ੋਭਾ ਹੋਵੇ, ਜਿਨ੍ਹਾਂ ਦਾ ਬਹੁਤਾ ਪ੍ਰਕਾਸ਼ ਹੋਵੇ। ਸੁੰਦਰ ਕੁੰਦਨ ਕੇ ਕਰਵਾਏ। ਐਸੇ ਗੁਰੂ ਮਹਾਰਾਜ ਜੀ ਨੇ ਸੁੰਦਰ ਕਹਿੰਦੇ ਸੋਨੇ ਦੇ ਗਹਿਣੇ ਜਿਹੜੇ ਜਿਨ੍ਹਾਂ ਦੀ ਬਹੁਤੀ ਸ਼ੋਭਾ ਹੈ, ਜਿਨ੍ਹਾਂ ਦੇ ਵਿੱਚ ਹੀਰੇ ਮੋਤੀ ਰਤਨ ਜੜੇ ਐ, ਬੜੀ ਜਗਮਗ ਕਰਦੇ ਆ, ਚਮਕ ਦਮਕ ਜੀ ਹੈ ਜਿਨ੍ਹਾਂ ਦੀ, ਐਸੇ ਸੋਨੇ ਦੇ ਗਹਿਣੇ ਕਢਵਾਏ। ਬਹੁਤ ਦਰਬ ਜਿਨ ਉਪਰ ਲਾਏ। ਜਿਨ੍ਹਾਂ ਉੱਪਰ ਸਾਧ ਸੰਗਤ ਜੀ ਬਹੁਤ ਧਨ ਖਰਚਿਆ ਗਿਆ, ਬਹੁਤ ਧਨ ਦਿੱਤਾ ਗਿਆ। ਪਾਸ਼ਮੰਬਰ ਪਾਟੰਬਰ ਕਹਨੇ। ਪਸ਼ਮੰਬਰ ਅੰਬਰ ਕੱਪੜੇ ਨੂੰ ਕਹਿੰਦੇ ਨੇ। ਪਛਮ ਜਿਹੜਾ ਉੱਨ ਤੋਂ ਬਣਦਾ ਉਸ ਕੱਪੜੇ ਨੂੰ ਪਛਮ ਕਹਿੰਦੇ ਨੇ। ਸੋ ਇਸ ਤਰ੍ਹਾਂ ਕਰਕੇ ਪਸ਼ਮੰਬਰ ਉੱਨ ਦੇ ਬਣੇ ਹੋਏ ਕੱਪੜੇ ਜੋ ਸਰਦੀਆਂ ਦੇ ਸਮੇਂ ਪਹਿਨੇ ਜਾਂਦੇ ਨੇ। ਪਟੰਬਰ ਰੇਸ਼ਮ ਨੂੰ ਕਹਿੰਦੇ ਨੇ, ਰੇਸ਼ਮ ਦੇ ਕੱਪੜੇ ਜਿਹੜੇ ਆ। ਇਸ ਤਰ੍ਹਾਂ ਰੇਸ਼ਮ ਤੇ ਪਛਮ ਦੇ ਕੱਪੜੇ ਬਹੁਤ ਸਾਰੇ। ਗੋਟਾ ਜ਼ਰੀ ਲਾਗ ਬਰ ਬਨੇ। ਜਿਨ੍ਹਾਂ ਨੂੰ ਗੋਟਾ ਲੱਗਿਆ ਹੋਇਆ, ਸੁੰਦਰ ਗੋਟਾ ਲਾਇਆ ਹੋਇਆ, ਜਰੀਦਾਰ ਜਿਹੜਾ ਗੋਟਾ ਲੱਗਿਆ ਹੋਇਆ। ਸੋ ਇਸ ਤਰ੍ਹਾਂ ਕਰਕੇ ਬੜੇ ਸੁੰਦਰ ਜਿਹੜੇ ਉਹ ਬਰ ਸ੍ਰੇਸ਼ਟ ਬਣੇ ਹਨ ਵਸਤਰ। ਵਾਸਨ ਕੰਚਨ ਰਜਤ ਕਰਾਏ। ਫਿਰ ਸੰਗਤ ਜੀ ਸੋਨੇ ਤੇ ਚਾਂਦੀ ਦੇ ਭਾਂਡੇ ਕਢਵਾਏ ਗੁਰਦੇਵ ਜੀਆਂ ਨੇ ਰਾਜੇ ਦੀ ਧੀ ਦੇ ਵਿਆਹ ਦੇ ਵਿੱਚ ਦੇਣ ਵਾਸਤੇ ਨਾ। ਜਿਵੇਂ ਆਪਾਂ ਵਿਆਹ ਦੇ ਵਿੱਚ ਭਾਂਡੇ ਦਿੰਦੇ ਆ ਨਾ ਕੰਨਿਆਂ ਨੂੰ, ਤੇ ਗੁਰਦੇਵ ਪ੍ਰੀਤਮ ਜੀਆਂ ਨੇ ਭਾਂਡੇ ਦੇਣੇ ਸਨ।
ਜਦੋਂ ਲੜਕੀ ਦੇ ਵਿਆਹ ਦਾ ਸਮਾਨ ਦੇਈਦਾ ਵਿੱਚ ਭਾਂਡੇ ਵੀ ਦੇਈਦੇ। ਤੇ ਗੁਰੂ ਘਰ ਵੱਲੋਂ ਜਿਹੜੇ ਫਤਿਹ ਸ਼ਾਹ ਰਾਜੇ ਦੀ ਲੜਕੀ ਦੇ ਵਿਆਹ ਦੇ ਵਿੱਚ ਭਾਂਡੇ ਦਿੱਤੇ ਗਏ ਨੇ, ਉਹ ਸੋਨੇ ਤੇ ਚਾਂਦੀ ਦੇ ਕਢਵਾਏ ਗਏ ਸੁੰਦਰ। ਕਾਰੀਗਰਨ ਅਨੇਕ ਬਣਾਏ, ਅਨੇਕਾਂ ਕਾਰੀਗਰਾਂ ਨੇ ਲੱਗ ਕੇ ਬੜੇ ਸੁੰਦਰ ਢੰਗ ਦੇ ਨਾਲ ਮਿਹਨਤ ਨਾਲ ਬਣਾਉਣੇ ਕੀਤੇ। ਇਤਿਆਦਿਕ ਦਾਜ ਕੇ ਹੇਤ, ਇਹ ਸਾਰੀਆਂ ਵਸਤੂਆਂ ਦਾਜ ਦੇਣ ਵਾਸਤੇ, ਦਾਜ ਦੀਆਂ ਵਸਤੂਆਂ ਬਣਾਈਆਂ ਗਈਆਂ। ਧਨ ਗਨ ਦੀਨਸ ਕਿਰਪਾ ਨਿਕੇਤ, ਕਿਰਪਾ ਦੇ ਘਰ ਸਤਿਗੁਰਾਂ ਨੇ ਬਹੁਤ ਸਾਰਾ ਧਨ ਵੀ ਦਿੱਤਾ। 1.25 ਲੱਖ ਕੋ ਕਰ ਤੰਬੋਲ, ਇਹ ਪੂਰੇ 1.25 ਲੱਖ ਰੁਪਏ ਦਾ ਜੀ ਕਹਿੰਦੇ ਇੱਕ ਤੰਬੋਲ ਬਣਾਇਆ ਗਿਆ ਹੈ। ਤੰਬੋਲ ਇਸ ਤਰ੍ਹਾਂ ਕਰਕੇ ਇਹ ਸੁੰਦਰ ਸਾਰੀ ਕਹਿੰਦੇ ਇਹ ਵਸਤੂ ਜਿਹੜਾ ਨਿਉਂਦਰਾ ਹੈ, ਨਿਉਂਦਾ ਦਿੰਦੇ ਨਾ ਵਿਆਹ ਦੇ ਵਿੱਚ, ਤੇ ਇਹ ਸਾਰਾ ਨਿਉਂਦਾ ਜਿਹੜਾ 1.25 ਲੱਖ ਰੁਪਇਆ ਦੇ ਉੱਪਰ ਉਸ ਸਮੇਂ, ਜਦੋਂ ਇੱਕ ਰਜਤਪਣ ਉਸ ਸਮੇਂ ਦੀ ਕਰੰਸੀ ਸੀ, ਤੇ ਇੱਕ ਦੀ ਬਹੁਤੀ ਕੀਮਤ ਹੁੰਦੀ ਸੀ ਜੇ ਉਹ ਇੱਕ ਹੁੰਦਾ ਸੀ, ਉਹ ਇੱਕ ਨਾਲ ਹੀ ਬੜਾ ਕੁਝ ਹੁੰਦਾ ਸੀ। ਜਿੱਦਾਂ ਆਪਾਂ ਇਤਿਹਾਸ 'ਚ ਸਰਵਣ ਕਰਦੇ, ਅਕਾਲ ਰੂਪ ਬਾਬਾ ਜੀ ਨੇ 20 ਰਜਤਪਣ ਨਾਲ ਲੰਗਰ ਚਲਾਇਆ, ਤੇ ਉਹ 20 ਜਿਹੜੇ ਸਨ ਉਹ ਹੁਣ ਵਾਲੇ 20 ਨਹੀਂ ਸਨ, ਅੱਜ ਦੇ ਤੇ ਉਹ ਬਹੁਤ ਸਾਰੇ ਸਨ। ਸੋ ਇਸ ਤਰ੍ਹਾਂ ਕਰਕੇ ਉਸ ਸਮੇਂ 'ਚ 1.25 ਲੱਖ ਦਾ ਜਿਹੜਾ ਗੁਰੂ ਘਰ ਵੱਲੋਂ ਤੰਬੋਲ ਨਿਉਂਦਰਾ ਫਤਿਹ ਸ਼ਾਹ ਰਾਜੇ ਨੂੰ ਦਿੱਤਾ ਗਿਆ। ਵਸਤ ਅਜਾਇਬ ਜਿਨ ਬਹੁ ਮੋਲ, ਅਜਾਇਬ ਸੁੰਦਰ ਵਸਤੂਆਂ, ਦੁਰਲੱਭ ਬੇਸ਼ੁਮਾਰ ਕੀਮਤੀ ਵਸਤੂਆਂ ਦਿੱਤੀਆਂ ਗਈਆਂ, ਜਿਨ੍ਹਾਂ ਦਾ ਬਹੁਤਾ ਮੁੱਲ ਹੈ। ਨੰਦ ਚੰਦ ਸਭ ਤਿਆਰ ਕਰਾਏ, ਗੁਰੂ ਕਾ ਦੀਵਾਨ ਭਾਈ ਨੰਦ ਚੰਦ, ਉਹਨੇ ਸਾਰੀਆਂ ਵਸਤੂਆਂ ਉਹਦੀ ਜ਼ਿੰਮੇਵਾਰੀ ਦੇ ਵਿੱਚ ਦੇਖ ਰੇਖ ਹੇਠ ਨੰਦ ਚੰਦ ਦੀਵਾਨ ਵੱਲੋਂ ਸਾਰੀਆਂ ਤਿਆਰ ਕਰਵਾਈਆਂ ਗਈਆਂ। ਸ੍ਰੀ ਸਤਿਗੁਰ ਕੋ ਦੀਨ ਦਿਖਾਏ, ਸਾਰੀਆਂ ਵਸਤੂਆਂ ਜਦੋਂ ਬਣ ਕਰਕੇ ਤਿਆਰ ਹੋ ਗਈਆਂ ਨਾ, ਫਿਰ ਚੋਜੀ ਪ੍ਰੀਤਮ ਸਤਿਗੁਰਾਂ ਦੇ ਸਨਮੁਖ ਲਿਆ ਕਰਕੇ ਸਤਿਗੁਰਾਂ ਨੂੰ ਦਿਖਾਉਣੀਆਂ ਕੀਤੀਆਂ। ਅਵਲੋਕਤ ਪ੍ਰਭ ਹੁਕਮ ਬਖਾਨਾ, ਸਾਰੀਆਂ ਵਸਤੂਆਂ ਨੂੰ ਵੇਖ ਕਰਕੇ ਗਰੀਬ ਨਵਾਜ ਸਤਿਗੁਰਾਂ ਨੇ ਹੁਕਮ ਕੀਤਾ। ਦਇਆ ਰਾਮ ਪ੍ਰੋਹਿਤ ਮਤਵਾਨਾ, ਗੁਰਦੇਵ ਕਹਿੰਦੇ ਭਾਈ ਨੰਦ ਚੰਦ ਆਪਣੇ ਗੁਰੂ ਘਰ ਦੇ ਪ੍ਰੋਹਿਤ ਭਾਈ ਦਇਆ ਰਾਮ, ਬਾਬਾ ਜਾਤੀ ਮਲਕ ਜੀ ਦੇ ਪੁੱਤਰ, ਜਿਹੜੇ ਵੱਡੇ ਬੁੱਧੀਜੀਵੀ ਸਨ, ਬਹੁਤ ਵਿਦਵਾਨ ਸਨ ਮਹਾਂਪੁਰਖ ਬਾਬਾ ਦਇਆ ਰਾਮ ਜੀ, ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਵਾਨ ਹੋਏ ਭਾਈ ਜਾਤੀ ਮਲਕ, ਉਹਨਾਂ ਦੇ ਸੁਪੁੱਤਰ ਹੋਏ ਭਾਈ ਦਇਆ ਰਾਮ। ਇਹ ਉਸ ਦਇਆ ਰਾਮ ਜੀ ਦੀ ਗੱਲ ਹੈ। ਸੋ ਭਾਈ ਦਇਆ ਰਾਮ ਜੀ ਬਹੁਤ ਵਿਦਵਾਨ ਸਨ, ਬੜੇ ਸੂਰਮੇ ਵੀ ਸਨ, ਜਿਨ੍ਹਾਂ ਭੰਗਾਣੀ ਦੀ ਜੰਗ ਦੇ ਵਿੱਚ ਬੜੇ ਜੌਹਰ ਦਿਖਾਏ, ਬੜੇ ਤੁਰਕਾਂ ਦਾ ਸੰਘਾਰ ਵੀ ਕੀਤਾ, ਤੇ ਬੜੇ ਵਿਦਵਾਨ ਵੀ ਸਨ, ਉੱਚ ਕੋਟੀ ਦੇ ਵਿਦਵਾਨ ਸਨ, ਪੜ੍ਹੇ ਲਿਖੇ ਸਨ, ਤੇ ਇਸ ਬੜੇ ਸੂਝਵਾਨ ਸਨ ਸਾਰੇ ਕਾਰਜਾਂ ਦੇ ਵਿੱਚ, ਜਿਨ੍ਹਾਂ ਨੂੰ ਰੀਤੀ ਨੀਤੀ ਦਾ ਬਹੁਤ ਗਿਆਨ ਸੀ। ਸਤਿਗੁਰੂ ਮਹਾਰਾਜ ਆਪਣੇ ਮੁਖ ਤੋਂ ਕਹਿੰਦੇ ਨੇ ਵੀ ਭਾਈ ਨੰਦ ਚੰਦ ਜੀ ਦਇਆ ਰਾਮ ਸਿਆਣੇ ਹਨ, ਮੱਤ ਵਾਲੇ ਹਨ। ਹਾਂਜੀ, ਤੋਹੇ ਸਹਿਤ ਲੈ ਚਮੂ ਕਨੇਰੀ, ਉਹਨਾਂ ਨੂੰ ਨਾਲ ਲੈ ਕਰਕੇ ਤੁਸੀਂ ਬਹੁਤ ਸਾਰੀ ਨਾਲ ਫੌਜ ਵੀ ਲੈ ਲਿਓ, ਫੌਜ ਨਾਲ ਲੈ ਕਰਕੇ ਪਹੁੰਚਨ ਬਨਹ ਵਿਆਹ ਜਿਸ ਬੇਰੀ, ਜਦੋਂ ਰਾਜੇ ਦੀ ਲੜਕੀ ਦਾ ਵਿਆਹ ਨੇੜੇ ਆ ਗਿਆ, ਤੁਸੀਂ ਇਸ ਵਿਆਹ ਦੇ ਕਾਰਜ ਦੇ ਵਿੱਚ ਪਹੁੰਚਣਾ ਕਰਿਓ, ਗੁਰੂ ਘਰ ਵੱਲੋਂ ਤੁਸੀਂ ਜਾਣਾ ਕਰਿਓ। ਸੈਲ ਪਤਨ ਕੇ ਗਨ ਜਬ ਮਿਲਾ, ਜਦੋਂ ਸੈਲ ਪਤਨ ਪਹਾੜੀਏ ਸਾਰੇ ਮਿਲਣਗੇ, ਇਕੱਠੇ ਹੋਣਗੇ, ਕਰੋ ਦਿਖਾਵਨ ਤਬ ਸਭ ਭਲੇ, ਇਹ ਗੁਰੂ ਘਰ ਦੀ ਸੋਭਾ ਦੀਆਂ ਵਸਤੂਆਂ ਉਸ ਸਮੇਂ ਉਦੋਂ ਦਿਖਾਉਣੀਆਂ ਕਰਿਓ। ਨੰਦ ਚੰਦ ਆਰ ਦਿਜ ਸੁਨ ਕਰ ਕੈ, ਭਾਈ ਨੰਦ ਚੰਦ ਜੀ ਭਾਈ ਦਇਆ ਰਾਮ ਜੀਆਂ ਨੇ ਗੁਰਦੇਵ ਪਿਤਾ ਜੀ ਦਾ ਹੁਕਮ ਸੁਣਿਆ। ਬੁਝਨ ਲਾਗੇ ਹਿਰਦੈ ਵਿਚਰ ਕੈ, ਗੁਰਦੇਵ ਜੀਆਂ ਦਾ ਹੁਕਮ ਸੁਣ ਕਰਕੇ ਨਾ ਫਿਰ ਚਿੱਤ ਦੇ ਵਿੱਚ ਵਿਚਾਰ ਕਰਕੇ ਪੁੱਛਣ ਲੱਗੇ, ਸਰਬਤ ਪਾਲਕ ਕਿਤਕ ਵਿਰੋਧੀ, ਆਖਣ ਲੱਗੇ ਹੇ ਗੁਰਦੇਵ ਪ੍ਰੀਤਮ ਸਤਿਗੁਰੂ ਜੀ, ਦਤਾਰ ਪਾਤਸ਼ਾਹ, ਜਿਹੜੇ ਪਹਾੜੀਏ ਆ ਰਾਜੇ, ਵੀ ਇਹ ਤੇ ਸਾਰੇ ਆਪਣੇ ਗੁਰੂ ਘਰ ਦੇ ਵਿਰੋਧੀ ਆ, ਤੇ ਇਹਨਾਂ ਨਾਲ ਆਪਣਾ ਵਿਰੋਧ ਹੈ। ਭੀਮ ਚੰਦ ਤੇ ਆਦਿ ਕਰੋਧੀ, ਭੀਮ ਚੰਦ ਜਿਹੜਾ ਰਾਜਾ ਹੈ ਬੜਾ ਹੰਕਾਰੀ ਵੀ ਹੈ, ਤੇ ਗੁਰੂ ਕੇ ਸਿੱਖਾਂ ਦੇ ਨਾਲ ਈਰਖਾ ਕਰਦਾ, ਦਵੈਸ਼ ਕਰਦਾ, ਬੜਾ ਕ੍ਰੋਧੀ ਹੈ। ਕਹੇ ਮੇਰ ਤੇ ਵਧੇ ਬਖੇਰਾ, ਜਦੋਂ ਉਹਨਾਂ ਦੇ ਨਾਲ ਆਪਣਾ ਮੇਲ ਹੋਵੇਗਾ, ਅਸੀਂ ਜਾ ਕੇ ਮਿਲਾਂਗੇ, ਬੈਰੀ ਨੂੰ ਮਿਲਾਂਗੇ, ਸਾਹਮਣਾ ਹੋਵੇਗਾ, ਫਿਰ ਸਤਿਗੁਰੂ ਜੀ ਉੱਥੇ ਵਿਰੋਧ ਹੋਵੇਗਾ, ਸਾਡਾ ਵਿਰੋਧ ਵਧੇਗਾ, ਆਵਨ ਮੁਸ਼ਕਲ ਹੋਏ ਤਿਸ ਬੇਰਾ, ਫਿਰ ਸਤਿਗੁਰੂ ਜੀ ਸਾਨੂੰ ਉੱਥੋਂ ਵਾਪਸ ਆਉਣ ਦੇ ਵਿੱਚ ਮੁਸ਼ਕਲ ਬਣ ਜਾਵੇਗੀ। ਅੰਤ ਪਹਾੜਨ ਬਿਕਮ ਬਡੇਰੇ, ਫਿਰ ਸਤਿਗੁਰੂ ਜੀ ਪਹਾੜਾਂ ਦਾ ਰਸਤਾ ਹੈ ਤੇ ਬੜਾ ਕਠਿਨ ਰਸਤਾ ਹੈ। ਪਹਾੜ ਦਾ ਰਸਤਾ ਕਿਤੋਂ ਉੱਚਾ ਹੈ, ਕਿਤੋਂ ਨੀਵਾਂ ਹੈ। ਹੁਣ ਤੇ ਪਹਾੜਾਂ 'ਚ ਸੜਕਾਂ ਬਣ ਗਈਆਂ, ਉਹਨਾਂ ਸਮਿਆਂ 'ਚ ਤੇ ਪੱਗ ਡੰਡੀਆਂ ਹੁੰਦੀਆਂ ਸਨ। ਸੋ ਇਸ ਕਰਕੇ ਪਹਾੜ ਦਾ ਰਸਤਾ ਹੈ,
ਕਿਤੋਂ ਉੱਚਾ ਹੈ, ਕਿਤੋਂ ਨੀਵਾਂ ਹੈ, ਬੜਾ ਕਠਿਨ ਰਸਤਾ ਹੈ ਸਤਿਗੁਰੂ ਜੀ। ਕੌਣ ਸਹਾਇਕ ਹੋਏ ਤਿਸ ਬੇਰੇ। ਤੇ ਉਦੋਂ ਚਿੱਤ ਦੇ ਵਿੱਚ ਐ ਸ਼ੰਕਾ ਜਾ ਕਰਕੇ ਚਿੰਤਾ ਜੀ ਦੇ ਨਾਲ ਕਹਿੰਦੇ ਪਾਤਸ਼ਾਹ ਫਿਰ ਉੱਥੇ ਸਾਡੀ ਸਹਾਇਤਾ ਕੌਣ ਕਰੇਗਾ। ਐਸੇ ਕਠਿਨ ਰਸਤੇ ਦੇ ਵਿੱਚ ਜਦੋਂ ਐਸੀ ਮੁਸ਼ਕਲ ਬਣ ਗਈ, ਪਹਾੜੀਆਂ ਨੇ ਸਾਡਾ ਵਿਰੋਧ ਕਰ ਦਿੱਤਾ, ਸਾਨੂੰ ਸਹਾਇਕ ਕੌਣ ਹੋਵੇਗਾ, ਕੌਣ ਮਦਦਗਾਰ ਹੋਵੇਗਾ, ਕੌਣ ਸਾਡੀ ਸਹਾਇਤਾ ਕਰੇਗਾ। ਕਲਗੀਧਰ ਹੁਕਮ ਬਖਾਨਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਮੁਖ ਕਮਲ ਤੋਂ ਹੁਕਮ ਆਖਿਆ। ਸੰਸੈ ਕਹਾਂ ਏਵ ਤੁਮ ਠਾਨਾ। ਗੁਰਦੇਵ ਕਹਿੰਦੇ ਭਾਈ ਸਿੱਖੋ ਤੁਸੀਂ ਮਨ 'ਚ ਐਸਾ ਸ਼ੰਕਾ ਕਿਉਂ ਕਰ ਲਿਆ। ਦ੍ਰਿੜ ਨਿਸ਼ਚਾ ਉਰ ਰਾਖਹੁ ਐਸੇ। ਚਿੱਤ ਦੇ ਵਿੱਚ ਐਸਾ ਦ੍ਰਿੜ ਨਿਸ਼ਚਾ ਰੱਖੋ, ਐਸਾ ਦ੍ਰਿੜ ਗੁਰੂ ਤੇ ਭਰੋਸਾ ਰੱਖੋ। ਹਾਂਜੀ, ਸਤਿਗੁਰ ਕਰਹਿ ਪਠਾਵਨ ਜੈਸੇ। ਸਤਿਗੁਰਾਂ ਨੇ ਜਿਵੇਂ ਭੇਜਣਾ ਕੀਤਾ ਹੈ ਤਿਮਹੀ ਸਤਿਗੁਰ ਲਿਆਵਨ ਕਰੈ। ਉਵੇਂ ਸਤਿਗੁਰੂ ਵਾਪਸ ਲੈ ਕੇ ਆਉਣਗੇ। ਸਤਿਗੁਰੂ ਭੇਜ ਰਹੇ ਐ ਤੇ ਸਤਿਗੁਰੂ ਵਾਪਸ ਲੈ ਕੇ ਆਉਣਗੇ। ਐਸਾ ਚਿੱਤ 'ਚ ਸ਼ੰਕਾ ਕਿਉਂ ਕਰ ਲਿਆ ਵੀ ਜੇ ਅਸੀਂ ਚਲੇ ਗਏ ਤੇ ਵਾਪਸ ਕਿਵੇਂ ਮੁੜ ਕੇ ਆਵਾਂਗੇ। ਜੇ ਕੋਈ ਵਿਰੋਧ ਹੋ ਗਿਆ, ਕੋਈ ਲੜਾਈ ਝਗੜਾ ਹੋ ਗਿਆ, ਸਾਡੀ ਮਦਦ ਕੌਣ ਕਰੇਗਾ। ਐਸਾ ਸ਼ੰਕਾ ਕਿਉਂ ਕੀਤਾ। ਸਤਿਗੁਰੂ ਭੇਜ ਰਹੇ ਆ ਤੇ ਸਤਿਗੁਰੂ ਆਪ ਹੀ ਵਾਪਸ ਲੈ ਕੇ ਆਉਣਗੇ। ਸਿੱਖ ਨੇ ਚਿੱਤ ਦੇ ਵਿੱਚ ਐਸਾ ਦ੍ਰਿੜ ਨਿਸ਼ਚਾ ਰੱਖਣਾ। ਇਹ ਇਕੱਲੇ ਭਾਈ ਆਨੰਦ ਚੰਦ ਜਾਂ ਭਾਈ ਦਇਆ ਰਾਮ ਨੂੰ ਐਸਾ ਹੁਕਮ ਨਹੀਂ ਕੀਤਾ, ਸਾਡੇ ਸਾਰੇ ਸਿੱਖਾਂ ਤਾਈਂ, ਸਾਰੀਆਂ ਸੰਗਤਾਂ ਤਾਈਂ, ਹਰੇਕ ਮਾਈ ਭਾਈ ਤਾਈਂ ਸਤਿਗੁਰਾਂ ਦਾ ਐਸਾ ਉਪਦੇਸ਼ ਹੈ। ਗੁਰੂ ਕੇ ਸਿੱਖ ਨੇ ਹਮੇਸ਼ਾ ਹੀ ਚਿੱਤ ਦੇ ਵਿੱਚ ਐਸਾ ਨਿਸ਼ਚਾ ਰੱਖਣਾ, ਸਤਿਗੁਰੂ ਆਪ ਸਹਾਈ ਹੁੰਦੇ ਆ। ਜਹ ਜਾਈਐ ਤਹਾਂ ਸੁਹੇਲੇ। ਸਿੱਖ ਜਿੱਥੇ ਵੀ ਜਾਂਦਾ ਨਾ, ਸਤਿਗੁਰੂ ਆਪ ਸਹਾਈ ਹੋ ਕਰਕੇ ਸਿੱਖ ਨੂੰ ਸੁਖ ਬਖਸ਼ਿਸ਼ ਕਰਦੇ ਆ, ਆਪ ਮਦਦਗਾਰ ਹੁੰਦੇ ਆ। ਸਤਿਗੁਰੂ ਜੀ ਆਪ ਕਿਰਪਾ ਕਰਦੇ ਨੇ। ਇਹ ਸਿੱਖ ਨੇ ਐਸਾ ਹੀ ਭਰੋਸਾ ਰੱਖਣਾ ਹੈ। ਸਿੱਖ ਜਿੱਥੇ ਵੀ ਜਾ ਰਿਹਾ, ਸਤਿਗੁਰੂ ਅੰਗ ਸੰਗ ਵਰਤ ਰਹੇ ਆ। ਸਤਿਗੁਰਾਂ ਨੂੰ ਸਦਾ ਅੰਗ ਸੰਗ ਕਰਕੇ ਜਾਣਨਾ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਗੁਰੂ ਕੇ ਸਿੱਖ ਨੇ ਚਿੱਤ 'ਚ ਐਸਾ ਨਿਸ਼ਚਾ ਰੱਖਣਾ ਹੈ, ਐਸਾ ਵਿਸ਼ਵਾਸ ਰੱਖਣਾ, ਸਤਿਗੁਰਾਂ ਨੂੰ ਨੇੜੇ ਕਰਕੇ ਜਾਣਨਾ ਹੈ, ਦੂਰ ਨਹੀਂ ਜਾਣਨਾ। ਬਾਬਾ ਰਵਿਦਾਸ ਜੀ ਮਹਾਰਾਜ, ਭਗਤ ਰਵਿਦਾਸ ਜੀ, ਉਹ ਵੀ ਪਾਵਨ ਬਾਣੀ ਦੇ ਵਿੱਚ ਉਪਦੇਸ਼ ਕਰਦੇ ਆ। ਕਹਿ ਰਵਿਦਾਸ ਹਾਥ ਪੈ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ। ਸਹਜੇ ਹੋਏ ਸੋ ਹੋਈ। ਸਿੱਖ ਸਹਿਜ ਅਵਸਥਾ ਦੇ ਵਿੱਚ ਆ ਜੇ, ਸਿੱਖ ਦਾ ਮਨ ਸਹਿਜ ਦੇ ਵਿੱਚ ਆ ਜਾਵੇ ਤੇ ਸਤਿਗੁਰੂ ਪ੍ਰਤੱਖ ਹੁੰਦੇ ਨੇ, ਸਤਿਗੁਰੂ ਨਾਲ ਵਰਤਦੇ ਨੇ, ਸਿੱਖ ਨੂੰ ਐਸਾ ਅਹਿਸਾਸ ਵੀ ਕਰਵਾ ਦਿੰਦੇ ਨੇ। ਅੰਗ ਸੰਗ ਤੇ ਸਦਾ ਹੀ ਆ, ਪਰ ਜਿਹਦਾ ਮਨ ਸਹਿਜ 'ਚ ਆ ਜਾਂਦਾ ਨਾ ਸੰਗਤ ਜੀ, ਬਾਣੀ ਪੜ੍ਹ ਕਰਕੇ, ਨਾਮ ਜਪ ਕਰਕੇ ਜਿਹਦੇ ਮਨ ਨੂੰ ਟਿਕਾ ਜਾਂਦਾ, ਜਿਹਦੀ ਸੁਰਤੀ ਬਿਰਤੀ ਨੂੰ ਟਿਕਾ ਜਾਂਦਾ, ਉਸ ਸਿੱਖ ਨੂੰ ਸਤਿਗੁਰੂ ਸਾਖਿਆਤ ਕਰਾ ਦਿੰਦੇ ਆ। ਪੂਰਨ ਦ੍ਰਿੜ ਭਰੋਸਾ ਕਰਵਾ ਦਿੰਦੇ, ਸਿੱਖਾਂ ਮੈਂ ਤੇਰੇ ਨਾਲ ਆ, ਤੂੰ ਚਿੱਤ ਕਰਕੇ ਡੋਲਣਾ ਨਾ ਕਰੀ, ਡੋਲੀ ਨਾ। ਸਤਿਗੁਰੂ ਜਣਾ ਵੀ ਦਿੰਦੇ ਨੇ। ਜਿਹੜਾ ਕੋਈ ਸਿੱਖ ਕਮਾਈ ਵਾਲਾ ਨਾ, ਜਿਹੜਾ ਕਮਾਈ ਕਰਦਾ, ਆਪਣੀ ਚਿੱਤ ਬਿਰਤੀ ਨੂੰ ਸ਼ਾਂਤ ਕਰਕੇ ਰੱਖਦਾ, ਸਹਿਜ ਅਵਸਥਾ 'ਚ ਲੈ ਕੇ ਆਉਂਦਾ, ਉਹਨੂੰ ਗੁਰਦੇਵ ਜਣਾ ਵੀ ਦਿੰਦੇ ਨੇ। ਪਰ ਨੇੜੇ ਕਿੰਨਾ ਜੀ। ਬਾਬਾ ਰਵਿਦਾਸ ਜੀ ਕਹਿੰਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਹੱਥ ਪੈਰ ਜਿਹੜੇ ਆ ਨਾ ਸਾਡੇ ਸਰੀਰ ਦੇ ਨਾਲ ਜੁੜੇ ਆ, ਇਹ ਵੀ ਦੂਰ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੰਨੇ ਨੇੜੇ ਆ ਸਾਡੇ। ਇੰਨੀ ਨੇੜਤਾ ਹੈ ਸਤਿਗੁਰਾਂ ਦੀ। ਪਰ ਹੈ ਤਾਂ ਜੇ ਮਨ ਕਰਕੇ ਭਰੋਸਾ ਕਰੋਗੇ, ਜੇ ਸਾਡੇ ਚਿੱਤ 'ਚ ਭਰੋਸਾ ਹੈ, ਪੂਰਨ ਦ੍ਰਿੜ ਨਿਸ਼ਚਾ ਹੈ, ਹਰੇਕ ਮਾਈ ਭਾਈ ਸਿੱਖ ਨੇ ਐਸਾ ਹੀ ਭਰੋਸਾ ਰੱਖਣਾ ਹੈ। ਤੇ ਜਦੋਂ ਚਿੱਤ ਦੇ ਵਿੱਚ ਕੋਈ ਗੁਨਾਹ ਕਰਨ ਦਾ ਫੁਰਨਾ ਆਵੇ ਨਾ, ਕੋਈ ਪਾਪ ਜਾਗੇ, ਸੰਗਤ ਜੀ ਉਦੋਂ ਵੀ ਇਹ ਵਿਚਾਰਨਾ ਵੀ ਸਤਿਗੁਰੂ ਅੰਗ ਸੰਗ ਹੈ, ਗੁਰਦੇਵ ਜੀ ਨੇੜੇ ਵਰਤ ਰਹੇ ਆ, ਹਜੂਰ ਨਾਲ ਹੈ, ਸਤਿਗੁਰੂ ਅੰਗ ਸੰਗ ਹੈ, ਤੇ ਮੈਂ ਕੋਈ ਗੁਨਾਹ ਕਰਾਂਗਾ, ਇਹਨਾਂ ਹੱਥਾਂ ਨਾਲ ਕੋਈ ਪਾਪ ਕਰਮ ਕਰਾਂਗਾ, ਮੇਰੇ ਗੁਰਦੇਵ ਨਾਲ ਹੈ ਤੇ ਸੁਭਾਵਿਕ ਹੈ ਸਤਿਗੁਰੂ ਵੇਖ ਰਹੇ ਆ। ਸਤਿਗੁਰੂ ਜੀ ਇਹਨੂੰ ਦਿਸ ਰਿਹਾ ਅਸੀਂ ਕੀ ਕਰ ਰਹੇ ਆ। ਜਦੋਂ ਕੋਈ ਮਾੜਾ ਕਰਮ ਕਰਨਾ, ਉਦੋਂ ਵੀ ਸਿੱਖ ਨੇ ਚਿੱਤ ਦੇ ਵਿੱਚ ਵਿਚਾਰ ਕਰਨੀ ਆ, ਸਤਿਗੁਰੂ ਜੀ ਅੰਗ ਸੰਗ ਵਰਤ ਰਹੇ ਆ, ਮੈਂ ਕੁਝ ਮਾੜਾ ਕਰਾਂਗਾ, ਸਤਿਗੁਰੂ ਜੀ ਵੇਖਣਗੇ, ਉਦੋਂ ਵੀ ਐਸਾ ਹੀ ਸੰਕਲਪ ਰੱਖਣਾ ਹੈ। ਸਿੱਖ ਨੇ ਮਾੜਾ ਕਰਮ ਕਰਨ ਲੱਗਿਆ, ਪਾਪ ਕਰਮ ਕਰਨ ਲੱਗਿਆ, ਐਸਾ ਹੀ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਹਰ ਸਮੇਂ ਜਾਣਨਾ ਹੈ ਤੇ ਦੋ ਜਹਾਨਾਂ ਦੇ ਸਹਾਈ ਕਰਕੇ ਜਾਣਨਾ ਹੈ, ਲੋਕ ਪਰਲੋਕ ਦੇ ਰੱਖਿਅਕ ਕਰਕੇ ਜਾਣਨਾ। ਹਰੇਕ ਮਾਈ ਭਾਈ ਸਿੱਖ ਨੇ ਚਿੱਤ ਦੇ ਵਿੱਚ ਐਸਾ ਦ੍ਰਿੜ ਨਿਸ਼ਚਾ ਰੱਖਣਾ, ਕਦੇ ਵੀ ਕੋਈ ਸ਼ੰਕਾ ਨਹੀਂ ਕਰਨਾ। ਆਪਣੇ ਜਾਣਹਿ ਰੱਛਾ ਧਰਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰੀਤਮ ਸਤਿਗੁਰੂ ਜੀ ਫਰਮਾਉਣ ਲੱਗੇ, ਭਾਈ ਆਨੰਦ ਚੰਦ, ਭਾਈ ਦਇਆ ਰਾਮ, ਅਸੀਂ ਆਪਣੇ ਸਿੱਖਾਂ ਨੂੰ ਆਪਣੇ ਜਾਣ ਕਰਕੇ,
ਆਪਣੇ ਪਿਆਰੇ ਜਾਣ ਕਰਕੇ, ਆਪਣੇ ਪੁੱਤਰ ਜਾਣ ਕਰਕੇ, ਆਪਣਾ ਨਾਦੀ ਵੰਸ਼ ਜਾਣ ਕਰਕੇ ਹਰ ਸਮੇਂ ਰੱਖਿਆ ਕਰਦੇ ਹਾਂ। ਜੋ ਸਿੱਖ ਮੇਰੋ ਗਹਿ ਅਲੰਬ, ਜਿਹੜਾ ਵੀ ਸਿੱਖ ਗੁਰਦੇਵ ਕਹਿੰਦੇ ਸਾਡਾ ਆਸਰਾ ਪਕੜ ਲੈਂਦਾ ਹੈ, ਕਰੈ ਮਿਟਾਵਨ ਬਿਘਨ ਕਦਮ, ਉਸ ਸਿੱਖ ਦੇ ਅਸੀਂ ਸਾਰੇ ਜਿਤਨੇ ਬਿਘਨ ਪਾਪ ਹਨ ਸਾਰੇ ਬਿਘਨੇ ਨਾਸ਼ ਕਰ ਦਿੰਦੇ ਹਾਂ। ਜੇ ਰਾਖ ਹੈ ਨਿਤ ਮੋਰ ਭਰੋਸਾ, ਜਿਹੜਾ ਗੁਰੂ ਕਾ ਸਿੱਖ ਗੁਰਦੇਵ ਕਹਿੰਦੇ ਚਿੱਤ ਦੇ ਵਿੱਚ ਭਾਈ ਗੁਰੂ ਕਾ ਭਰੋਸਾ ਰੱਖਦਾ ਹੈ, ਐਸਾ ਭਰੋਸਾ ਰੱਖਣਾ ਕਰੇਗਾ, ਤਿਨ ਕੇ ਨਿਕਟ ਨਾ ਪਹੁੰਚੈ ਦੋਸ਼ਾ। ਗੁਰਦੇਵ ਜੀ ਕਹਿੰਦੇ ਉਸ ਸਿੱਖ ਦੇ ਨੇੜੇ ਕੋਈ ਵੀ ਦੋਸ਼ ਨਹੀਂ ਪਹੁੰਚਦਾ, ਉਸ ਸਿੱਖ ਦੇ ਕਿਸੇ ਕਾਰਜ 'ਚ ਕੋਈ ਵਿਘਨ ਨਹੀਂ ਲੱਗਦਾ। ਉਹਦੇ ਪੂਰਬਲੇ ਜਨਮਾਂ ਦੇ ਜਿਹੜੇ ਕੀਤੇ ਦੋਖ ਔਗਣ ਹੈ, ਗੁਨਾਹ ਪਾਪ ਹੈ, ਜਾਂ 5 ਦੋਸ਼ ਆ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ, ਉਹ ਵੀ ਸਿੱਖ ਦੇ ਨੇੜੇ ਨਹੀਂ ਪੁੱਜਦੇ। ਅੰਗ ਸੰਗ ਗੁਰ ਬਨਹਿ ਸਹਾਈ, ਸਤਿਗੁਰੂ ਫਰਮਾਉਂਦੇ ਆ ਜਿਹੜੇ ਗੁਰੂ ਕੇ ਸਿੱਖ ਭਾਈ ਗੁਰੂ ਮਹਾਰਾਜ ਜੀ ਤੇ ਪੂਰਨ ਭਰੋਸਾ ਰੱਖਦੇ ਆ, ਦ੍ਰਿੜ ਨਿਸ਼ਚਾ ਰੱਖਦੇ ਆ, ਗੁਰੂ ਮਹਾਰਾਜ ਉਹਨਾਂ ਦੇ ਅੰਗ ਸੰਗ ਹੋ ਕਰਕੇ ਉਹਨਾਂ ਸਿੱਖਾਂ ਦੀ ਸਹਾਇਤਾ ਕਰਦੇ ਆ। ਉਹਨਾਂ ਸਿੱਖਾਂ ਨੂੰ ਦੋਹੀਂ ਜਹਾਨੀ, ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਮਦਦਗਾਰ ਹੁੰਦੇ ਹਨ ਸਤਿਗੁਰੂ ਜੀ। ਤਾਤੀ ਵਾਵ ਨ ਲਾਗਨ ਪਾਈ, ਗੁਰੂ ਕੇ ਸਿੱਖਾਂ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ ਸਤਿਗੁਰੂ। ਜਿਹੜੇ ਗੁਰੂ ਕੇ ਸਿੱਖ ਭਰੋਸਾ ਰੱਖ ਕੇ ਪੜ੍ਹਦੇ ਆ ਨਾ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਸਿੱਖ ਨੇ। ਐਸੇ ਮਨ ਦੇ ਵਿੱਚ ਐਸਾ ਸ਼ਬਦ ਪੜ ਕਰਕੇ ਬੇਨਤੀ ਕਰਨੀ ਹੈ, ਤੇ ਜਿਹੜੇ ਸਿੱਖ ਐਸਾ ਨਿਸ਼ਚਾ ਰੱਖਦੇ ਆ ਗੁਰੂ ਕੇ ਸ਼ਬਦ ਦੇ ਉੱਪਰ, ਗੁਰੂ ਕੇ ਬਚਨਾਂ ਦੇ ਉੱਪਰ, ਗੁਰਬਾਣੀ ਦੇ ਉੱਪਰ ਪੂਰਨ ਭਰੋਸਾ ਰੱਖ ਕੇ ਸਤਿਗੁਰਾਂ ਨੂੰ ਅੰਗ ਸੰਗ ਕਰਕੇ ਜਾਣਦੇ ਆ ਨਾ, ਸਤਿਗੁਰੂ ਉਹਨਾਂ ਨੂੰ ਤੱਤੀ ਵਾਹ ਨਹੀਂ ਜੀ ਲੱਗਣ ਦਿੰਦੇ। ਜੇ ਨਹਿ ਸਿਮਰਹਿ ਮੋ ਕਹੋ ਕਦੇ, ਗੁਰਦੇਵ ਕਹਿੰਦੇ ਜਿਹੜਾ ਸਿੱਖ ਭਾਈ ਗੁਰਾਂ ਨੂੰ ਨਹੀਂ ਸਿਮਰਦਾ ਕਦੇ ਵੀ, ਨਿਜ ਬਲ ਪਰ ਵਿਸ਼ਵਾਸੀ ਹਿਰਦੇ, ਤੇ ਆਪਣੇ ਹੀ ਬਲ ਤੇ ਭਰੋਸਾ ਰੱਖਦਾ ਹੈ, ਆਪਣੀ ਹੰਗਤਾ ਮਮਤਾ ਜੀ ਦੇ ਸਮੇਤ ਹੋ ਕੇ ਆਪਣੇ ਆਪ ਨੂੰ ਸਮਰੱਥ ਕਰਕੇ ਜਾਣਦਾ ਵੀ ਮੈਂ ਬੜਾ ਬਲੀ ਆ, ਮੈਂ ਬਲਵਾਨ ਆ, ਮੈਂ ਤਾਕਤਵਰ ਆ, ਮੈਂ ਧਨਾੜ ਆ ਜੀ, ਮੈਂ ਆਪਣੇ ਬਲ ਕਰਕੇ ਜਾਂ ਬੁੱਧੀ ਦੇ ਬਲ ਕਰਕੇ ਜਾਂ ਅਰਥ ਦੇ ਬਲ ਕਰਕੇ ਆਪਣਾ ਕਾਰਜ ਆਪ ਹੀ ਕਰ ਲਵਾਂਗਾ। ਜਿਹੜਾ ਆਪਣੇ ਬਲ ਦੇ ਉੱਪਰ ਵਿਸ਼ਵਾਸੀ ਰੱਖਦਾ, ਆਪਣੇ ਬਲ ਦੇ ਉੱਪਰ ਭਰੋਸਾ ਰੱਖਦਾ ਹੈ, ਗੁਰੂ ਕੇ ਬਲ ਨੂੰ ਛੱਡ ਕਰਕੇ, ਨਹਿ ਤਿਨ ਕੋ ਮੈਂ ਬਨਹੁ ਸਹਾਈ। ਗੁਰਦੇਵ ਕਹਿੰਦੇ ਐਸੇ ਜਿਹੜੇ ਮਨਮੁਖ ਹੈ ਭਾਈ ਗੁਰਾਂ ਤੋਂ ਬੇਮੁਖ ਹੈ, ਜਿਨ੍ਹਾਂ ਨੂੰ ਆਪਣੇ ਬਲ ਤੇ ਵਿਸ਼ਵਾਸ ਹੈ, ਹੰਗਤਾ ਦੇ ਸਮੇਤ ਹੈ, ਹਉਮੈ ਦੇ ਸਮੇਤ ਹੈ, ਗੁਰੂ ਘਰ ਤੇ ਸ਼ਰਧਾ ਨਹੀਂ ਰੱਖਦੇ, ਜਿਨ੍ਹਾਂ ਦੇ ਚਿੱਤ 'ਚ ਗੁਰੂ ਦਾ ਪਿਆਰ ਨਹੀਂ, ਉਹਨਾਂ ਦੀ ਗੁਰੂ ਮਹਾਰਾਜ ਕਹਿੰਦੇ ਅਸੀਂ ਸਹਾਇਤਾ ਨਹੀਂ ਕਰਦੇ। ਹੋਏ ਸੰਗੀ ਗੁਰ ਸੰਗੀ ਹੋਏ ਜੇ ਸ਼ਰਨਾਈ, ਜਿਹੜਾ ਭਾਈ ਗੁਰੂ ਕਾ ਸੰਗੀ ਹੈ, ਭਾਵ ਗੁਰੂ ਕੀ ਸੰਗਤ ਕਰਨ ਵਾਲਾ, 2 ਵੇਲੇ ਗੁਰੂ ਕਾ ਦਰਸ਼ਨ ਕਰਦਾ ਹੈ, ਚਰਨ ਪਰਸਦਾ ਹੈ, ਗੁਰੂ ਕੀ ਬਾਣੀ ਪੜ੍ਹਦਾ ਹੈ, ਭਜਨ ਦੇ ਵਿੱਚ ਜੁੜ ਕਰਕੇ ਬੈਠਦਾ, ਸਤਸੰਗ ਕਰਦਾ ਹੈ, 2 ਵੇਲੇ ਕਥਾ ਕੀਰਤਨ ਸਰਵਣ ਕਰਦਾ ਹੈ ਗੁਰੂ ਕਾ ਸਿੱਖ, ਸ਼ਰਧਾ ਭਾਵਨਾ ਚਿੱਤ ਦੇ ਵਿੱਚ ਧਰ ਕਰਕੇ ਤੂੰ ਗੁਰੂ ਕੀ ਸ਼ਰਨ ਦੇ ਵਿੱਚ ਆਉਂਦਾ ਹੈ, ਜਾਂ ਤੇ ਸਦਾ ਰਾਖ ਵਿਸ਼ਵਾਸ ਹੈ। ਉਹਦੀ ਮਹਾਰਾਜ ਕਹਿੰਦੇ ਅਸੀਂ ਸਦਾ ਹੀ ਮਦਦਗਾਰ ਹੁੰਨੇ ਆ, ਸਦਾ ਹੀ ਸਹਾਇਤਾ ਕਰਦੇ ਆ। ਸਤਿਗੁਰਾਂ ਦਾ ਬਿਰਦ ਹੈ ਵੀ ਜਿਹੜਾ ਸ਼ਰਨ ਜਾਂਦਾ ਉਹਨੂੰ ਸ਼ਰਨ ਦੇ ਵਿੱਚ ਰੱਖ ਲੈਣਾ, ਜਿਤੇ ਸ਼ਰਨ ਜੈ ਹੈ ਤੇ ਤੈ ਰਾਖ ਲੈ ਹੈ। ਜਿਹੜੇ ਸ਼ਰਨ 'ਚ ਜਾਂਦੇ ਆ ਨਾ ਉਹਨਾਂ ਨੂੰ ਗੁਰੂ ਮਹਾਰਾਜ ਸ਼ਰਨ ਆਇਆਂ ਦੀ ਲਾਜ ਰੱਖਦੇ ਆ। ਪਰ ਸਿੱਖ ਜਿਹੜਾ ਹੈ ਉਹਦਾ ਨਿਸ਼ਚਾ ਪੂਰਨ ਹੋਵੇ, ਭਰੋਸਾ ਪੂਰਾ ਹੋਵੇ। ਗੁਰਦੇਵ ਕਹਿੰਦੇ ਸ਼ਰਨ ਆਉਣ ਵਾਲਿਆਂ ਦੀ, ਸੰਗਤ ਕਰਨ ਵਾਲਿਆਂ ਦੀ, ਜੁੜੇ ਰਹਿਣ ਵਾਲਿਆਂ ਦੀ ਅਸੀਂ ਸਦਾ ਹੀ ਸਹਾਇਤਾ ਕਰਦੇ ਹਾਂ। ਜਾਂ ਤੇ ਸਦਾ ਰਾਖ ਵਿਸ਼ਵਾਸ ਹੈ, ਇਸ ਕਰਕੇ ਗੁਰੂ ਕੇ ਸਿੱਖਾਂ ਨੇ ਸਦਾ ਹੀ ਗੁਰੂ ਚਰਨਾਂ ਦੇ ਉੱਪਰ ਪੂਰਨ ਵਿਸ਼ਵਾਸ, ਦ੍ਰਿੜ ਭਰੋਸਾ ਰੱਖਣਾ ਹੈ। ਪ੍ਰਭ ਹੋਏ ਸਦਾ ਦਾਸ ਕੇ ਪਾਸ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੋ ਪ੍ਰਭੂ ਹੈ ਨਾ, ਮਾਲਕ ਹੈ, ਸਤਿਗੁਰੂ ਹਨ, ਉਹ ਸਦਾ ਹੀ ਆਪਣੇ ਸੇਵਕਾਂ ਦੇ ਨਾਲ ਵਰਤਦੇ ਹਨ। ਸਤਿਗੁਰੂ ਸਦਾ ਹੀ ਅੰਗ ਸੰਗ ਵਰਤਦੇ ਹਨ। ਹਰ ਸਮੇਂ ਕਠਨ ਤੋਂ ਕਠਨ ਸਮੇਂ ਦੇ ਵਿੱਚ ਵੀ, ਜਟਲ ਤੋਂ ਜਟਲ ਸਮੇਂ ਦੇ ਵਿੱਚ ਵੀ ਸਤਿਗੁਰੂ ਆਪਣੇ ਸਿੱਖਾਂ ਦੇ ਨਾਲ ਵਰਤਦੇ ਹਨ। ਸਤਿਗੁਰੂ ਦੂਰ ਨਹੀਂ ਹੁੰਦੇ, ਹਰ ਵੇਲੇ ਨਿਕੋਲ ਵਰਤਦੇ ਹਨ। ਐਸਾ ਗੁਰੂ ਕੇ ਸਿੱਖਾਂ ਨੇ ਚਿੱਤ ਦੇ ਵਿੱਚ ਵਿਸ਼ਵਾਸ ਰੱਖਣਾ ਹੈ। ਦੋਨੋਂ ਕੋ ਧੀਰਜ ਆਇਓ। ਸਤਿਗੁਰਾਂ ਦੇ ਐਸੇ ਵਿਵੇਕਮਈ ਬਚਨ ਸੁਣ ਕਰਕੇ, ਗੁਰੂ ਕਾ ਉਪਦੇਸ਼ ਸੁਣ ਕਰਕੇ ਦੋਨੇ ਸਿੱਖ ਭਾਈ ਨੰਦ ਚੰਦ
ਗੁਰੂ ਕੇ ਦੀਵਾਨ ਭਾਈ ਦਇਆ ਰਾਮ ਜੀ ਦੋਨਾਂ ਨੂੰ ਚਿੱਤ ਕਰਕੇ ਧੀਰਜ ਆਇਆ ਹੈ। ਕਰ ਨਿਸ਼ਚਾ ਤਬ ਸੀਸ ਨਿਵਾਇਓ। ਸਤਿਗੁਰਾਂ ਦੇ ਬਚਨਾਂ ਦੇ ਉੱਪਰ ਪੂਰਨ ਨਿਸ਼ਚਾ ਕਰਕੇ ਪੂਰਨ ਵਿਸ਼ਵਾਸ ਧਾਰ ਕਰਕੇ ਦੋਨਾਂ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਵਾਇਆ, ਮਸਤਕ ਟੇਕਣਾ ਕੀਤਾ। ਸਕਲ ਵਸਤ ਕੀ ਤਿਆਰੀ ਠਾਨ। ਸਾਰੀਆਂ ਵਸਤੂਆਂ ਦੀ ਫਿਰ ਤਿਆਰੀ ਕੀਤੀ ਹੈ। ਦੋਨੇ ਸਿੱਖ ਭਾਈ ਆਨੰਦ ਚੰਦ ਜੀ ਦੀਵਾਨ, ਭਾਈ ਦਇਆ ਰਾਮ ਜੀ ਪੁਰੋਹਿਤ ਤੇ 500 ਫੌਜ ਜਿਹੜੀ ਗੁਰੂ ਕੀ ਸਿੱਖ ਫੌਜ, ਗੁਰੂ ਕੀਆਂ ਲਾਡਲੀਆਂ ਫੌਜਾਂ, ਉਹਨਾਂ ਨੂੰ ਨਾਲ ਲੈ ਕਰਕੇ ਫਤਿਹ ਸ਼ਾਹ ਰਾਜੇ ਦੇ ਲੜਕੀ ਦੇ ਵਿਆਹ ਦੇ ਵਿੱਚ ਸੰਮਿਲਿਤ ਹੋਣਾ ਹੈ, ਜਾਣਾ। ਇਸ ਕਰਕੇ ਸਾਰੀ ਤਿਆਰੀ ਕਰਨ ਲੱਗੇ। ਗੁਰ ਆ ਗਿਆ ਤੇ ਜੈਸ ਭਿਆਨ। ਸਾਰੀ ਜਦੋਂ ਤਿਆਰੀ ਹੋ ਗਈ ਨਾ ਤੇ ਗਰੀਬ ਨਵਾਜ ਸਤਿਗੁਰਾਂ ਦੀ ਆਗਿਆ ਲੈ ਕਰਕੇ, ਸਤਿਗੁਰੂ ਮਹਾਰਾਜ ਜੀ ਦਾ ਹੁਕਮ ਲੈ ਕਰਕੇ, ਮੱਥਾ ਟੇਕ ਕਰਕੇ ਚਾਲਾ ਪਾਉਣਾ ਚਾਹੁੰਦੇ ਆ ਤੇ ਅੱਗੇ ਜਾਣਾ ਚਾਹੁੰਦੇ ਹਨ ਰਸਤੇ ਦੇ ਉੱਪਰ। ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਦੁਤੇ ਰੁਤੇ ਆਨੰਦ ਚੰਦ ਪ੍ਰਸੰਗ ਵਰਣਨ ਨਾਮ ਦਸਮੋ ਅੰਸੂ। ਇਥੇ ਕਵੀ ਰਾਜ ਜੀ ਕਹਿੰਦੇ ਸ੍ਰੀ ਜੋ ਸ਼੍ਰੋਮਣੀ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ, ਇਸ ਗ੍ਰੰਥ ਦੀ ਦੂਜੀ ਰੁੱਤ ਦੀ 10ਵਾਂ ਅੰਸ਼ੂ ਜਿਹੜਾ ਆਪਾਂ ਸੰਗਤ ਜੀ 10ਵਾਂ ਪ੍ਰਸੰਗ ਸਰਵਣ ਕੀਤਾ ਹੈ, ਉਸ ਪਾਵਨ ਪ੍ਰਸੰਗ ਦੀ ਸੰਪੂਰਨਤਾ ਹੋਈ ਹੈ। ਦੋਹਰਾ ਬੀਤ ਗਈ ਜਬ ਜਾਮਨੀ ਉਠੈ ਪ੍ਰਾਤ ਕੋ ਪਾਏ। ਜਦੋਂ ਸੰਗਤ ਜੀ ਰਾਤ ਬਤੀਤ ਹੋ ਗਈ ਤੇ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਗੁਰੂ ਕੇ ਸਿੱਖਾਂ ਨੇ ਜਾਗਣਾ ਕੀਤਾ। ਠਾਨਿਓ ਸੋਚ ਇਸ਼ਨਾਨ ਕੋ ਭਏ ਤਿਆਰ ਤਬ ਆਏ। ਸੋਚਮਤਾ ਸੋਚਾਚਾਰ ਇਸ਼ਨਾਨ ਇਤਿਆਦ ਦੀ ਕਿਰਿਆ ਕਰਕੇ ਨਾ ਤਿਆਰ ਹੋ ਕਰਕੇ ਆਏ ਹਨ। ਚੌਪਈ ਚਰਨ ਬੰਦਨਾ ਗੁਰ ਕੋ ਕਰ ਕੈ। ਜਦੋਂ ਗੁਰਦੇਵ ਪ੍ਰੀਤਮ ਸਤਿਗੁਰਾਂ ਦੇ ਸਾਹਮਣੇ ਆ ਗਏ ਨਾ, ਆ ਕਰਕੇ ਹਜੂਰ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ। ਸਗਰੀ ਵਸਤੂ ਭਲੇ ਸੰਭਰ ਕੈ। ਸਾਰੀਆਂ ਵਸਤੂਆਂ ਨੇ ਚੰਗੀ ਤਰ੍ਹਾਂ ਸੰਭਾਲ ਕਰਕੇ, ਸੰਗ ਪੰਚ ਸਾਇ ਲੈ ਅਸਵਾਰ। ਨਾਲ 500 ਘੋੜ ਸਵਾਰ ਲੈ ਕਰਕੇ, ਧਾਰੇ ਧਨੁਖ ਬਾਣ ਹਥਿਆਰ। ਧਨਖ ਬਾਣ ਸਾਰੇ ਸ਼ਾਸਤਰ ਧਾਰਨ ਕਰਕੇ, ਤੋਮਰ ਤਲਵਾਰਨ ਕਰ ਧਰ ਕੈ। ਵਰਸ਼ੇ ਤਲਵਾਰਾਂ ਗਾਤਰਿਆਂ 'ਚ ਸ਼ਮਸ਼ੀਰਾਂ ਪਹਿਨ ਕਰਕੇ, ਹੱਥਾਂ 'ਚ ਸ਼ਾਸਤਰ ਪਕੜ ਕਰਕੇ, ਗਮਨੀ ਚਪਲ ਤੁਰੰਗਮ ਚਰਕਾ। ਬੜੇ ਚਪਲ ਜਿਹੜੇ ਚੁਸਤ ਫੁਰਤ ਤੇਜ ਤਰਾਰ ਗੁਰੂ ਕੇ ਘੋੜੇ ਐ, ਉਹਨਾਂ ਰਾਕਿਆਂ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਭਾਈ ਆਨੰਦ ਚੰਦ ਦੀਵਾਨ, ਭਾਈ ਦਇਆ ਰਾਮ ਪੁਰੋਹਿਤ 500 ਘੋੜ ਸਵਾਰਾਂ ਨੂੰ ਨਾਲ ਲੈ ਕੇ ਪੌਂਟਾ ਸਾਹਿਬ ਜੀ ਤੋਂ ਅੱਗੇ ਰਵਾਨਾ ਹੋਏ ਹਨ। ਸਵਾ ਲੱਖ ਕੋਲੇ ਤੰਬੋਲ। 1.25 ਲੱਖ ਰਜਤ ਪਣ ਦਾ ਤੰਬੋਲ ਲੈ ਕੇ ਚੱਲੇ ਹਨ। ਵਸਤ ਅਜਾਇਬ ਜਿਨ ਬਹੁ ਮੂਲ। ਜਿਹਦੇ ਵਿੱਚ ਬੜੀਆਂ ਸੁੰਦਰ ਅਜਾਇਬ ਵਸਤੂਆਂ ਹਨ, ਜਿਨ੍ਹਾਂ ਦਾ ਬਹੁਤਾ ਮੁੱਲ, ਬਹੁਤੀ ਕੀਮਤ ਹੈ। ਸਕਲ ਕਹਾਰਨ ਤੇ ਉਚਵਾਈ। ਨਾਲ ਕਹਾੜ ਚੱਲੇ ਹਨ। ਸਾਰੀਆਂ ਵਸਤੂਆਂ ਜਿਹੜੀਆਂ ਉਹਨਾਂ ਨੂੰ ਵਹਿੰਗੀਆਂ ਦੇ ਵਿੱਚ ਰੱਖਿਆ ਹੋਇਆ ਤੇ ਕਹਾੜਾਂ ਨੇ ਚੁੱਕੀਆਂ ਹੋਈਆਂ ਹਨ ਵਹਿੰਗੀਆਂ। ਪ੍ਰਸਥਾਨੇ ਸ੍ਰੀ ਨਗਰ ਸਥਾਈ। ਭਗਤ ਸ੍ਰੀ ਨਗਰ ਦੇ ਰਸਤੇ ਦੇ ਉੱਪਰ ਚੱਲ ਪਏ ਹਨ। ਮਾਰਗ ਸਕਲ ਉਲੰਘਤ ਗਏ। ਸਾਰਾ ਮਾਰਗ ਰਸਤਾ ਲੰਘ ਕਰਕੇ ਗਏ, ਪਹੁੰਚ ਗਏ ਹਨ। ਰਜਧਾਨੀ ਪੁਨ ਪਹੁੰਚਤ ਪਏ। ਜਿਹੜੀ ਸ੍ਰੀ ਨਗਰ ਦੀ ਰਾਜਧਾਨੀ ਗੜਵਾਲ, ਜਿੱਥੇ ਸ੍ਰੀ ਨਗਰੀਆ ਰਾਜਾ ਰਹਿੰਦਾ ਸੀ, ਉੱਥੇ ਜਾ ਪਹੁੰਚੇ ਹਨ। ਫਤਿਹ ਸ਼ਾਹ ਸੁਨ ਕੇ ਮਹਿਪਾਲ। ਫਤਿਹ ਸ਼ਾਹ ਰਾਜੇ ਨੂੰ ਵੀ ਖਬਰ ਪੁੱਜੀ ਹੈ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੇ ਦੀਵਾਨ ਭਾਈ ਆਨੰਦ ਚੰਦ, ਗੁਰੂ ਕੇ ਪੁਰੋਹਿਤ ਭਾਈ ਦਇਆ ਰਾਮ, ਜੋ ਗੁਰੂ ਘਰ ਵੱਲੋਂ ਵਿਆਹ ਕਾਰਜ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਨ। ਐਸੀ ਖਬਰ ਕਹਿੰਦੇ ਫਤਿਹ ਸ਼ਾਹ ਰਾਜੇ ਨੂੰ ਸੁਣੀ। ਡੇਰੇ ਹੇਤ ਕਹਿਓ ਤਤਕਾਲ। ਉਹਨੇ ਵੀ ਆਪਣੇ ਨੌਕਰਾਂ ਚਾਕਰਾਂ ਨੂੰ, ਦਾਸਾਂ ਨੂੰ ਹੁਕਮ ਕੀਤਾ, ਗੁਰੂ ਕੀਆਂ ਫੌਜਾਂ ਆਈਆਂ, ਗੁਰੂ ਕਾ ਦੀਵਾਨ ਆਇਆ ਭਾਈ ਆਨੰਦ ਚੰਦ ਜੋ ਗੁਰੂ ਕੀ ਫੌਜ ਦਾ ਸੈਨਾਪਤੀ ਵੀ ਹੈ, ਛੇਤੀ ਵੀ ਡੇਰਾ ਕਰਵਾਇਆ ਜਾਵੇ। ਹਾਂਜੀ। ਪੁਰ ਅੰਤਰ ਇੱਕ ਸਦਨ ਵਿਸਾਲਾ। ਉੱਥੇ ਨਗਰ ਦੇ ਵਿੱਚ ਨਾ ਇੱਕ ਕਹਿੰਦੇ ਬੜਾ ਸੁੰਦਰ ਘਰ ਹੈ। ਕਹਾਂ ਦੇਹੋ ਡੇਰਾ ਨਿਜ ਘਾਲਾ। ਤੇ ਉਸ ਘਰ ਦੇ ਵਿੱਚ ਡੇਰਾ ਕਰਾਉਣ ਵਾਸਤੇ ਹੁਕਮ ਦਿੱਤਾ ਰਾਜੇ ਨੇ। ਬੜਾ ਸੁੰਦਰ ਘਰ ਬਣਿਆ ਹੋਇਆ, ਉਸ ਸਮੇਂ ਦੀ ਸੁੰਦਰ ਹਵੇਲੀ ਬਣੀ ਹੋਈ ਆ। ਹੁਕਮ ਦਿੱਤਾ ਵੀ ਗੁਰੂ ਕੀਆਂ ਫੌਜਾਂ ਆਈਆਂ, ਗੁਰੂ ਕਾ ਦੀਵਾਨ ਆਇਆ, ਹੁਣ ਸਾਰਾ ਆਸਣ ਬਾਸਣ ਚੰਗਾ ਪ੍ਰਬੰਧ ਕਰਕੇ ਦੇਣਾ। ਕਿਹਾ ਵੀ ਉੱਥੇ ਗੁਰੂ ਕੀ ਫੌਜ ਦਾ ਡੇਰਾ ਕਰਵਾਇਆ ਜਾਵੇ। ਸਾਦਰ ਜਬ ਸੁਥਾਨ ਦਿਖਾਇਓ। ਬੜੇ ਆਦਰ ਦੇ ਨਾਲ ਲਿਜਾ ਕਰਕੇ ਜਿਹੜੇ ਰਾਜੇ ਦੇ ਨੌਕਰ ਚਾਕਰ ਸਨ, ਦਾਸ ਸਨ, ਉਹਨਾਂ ਨੇ ਉਹ ਘਰ ਦਿਖਾਉਣਾ ਕੀਤਾ, ਟਿਕਾਣਾ ਦਿਖਾਇਆ। ਘਰ ਵਿਚਾਰ ਆਨੰਦ ਚੰਦ ਅਲਾਇਓ। ਤੇ ਬਾਬਾ ਆਨੰਦ ਚੰਦ ਜੀਆਂ ਨੇ ਵਿਚਾਰ ਕੀਤੀ, ਫਿਰ ਆਖਣਾ ਕੀਤਾ, ਸਤਿਗੁਰ ਕੇ ਸਿੱਖ ਸੰਗ ਹਮਾਰੇ। ਵੀ ਸਾਡੇ ਨਾਲ ਜੀ ਗੁਰੂ ਕੇ ਸਿੱਖ ਹਨ, ਗੁਰੂ ਕੀਆਂ ਫੌਜਾਂ ਆਈਆਂ ਹਨ। ਉਗਰ ਸੁਭਾਅ ਜਿਨਹੁ ਰਣ ਪਿਆਰੇ। ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਜੋ ਵੀਰ ਰਸ ਦੇ ਵਿੱਚ ਰੰਗੀਆਂ ਰਹਿੰਦੀਆਂ।
ਨਾਮ ਬਾਣੀ ਦੇ ਨਾਲ, ਵੀਰ ਰਸੀ ਬਾਣੀ ਦੇ ਨਾਲ ਇਹਨਾਂ ਨੂੰ ਵੀਰ ਰਸ ਦਾ ਰੰਗ ਚੜਿਆ ਰਹਿੰਦਾ ਤੇ ਜੰਗ ਨਾਲ ਤਾਂ ਬਹੁਤਾ ਪਿਆਰ ਕਰਦੇ। ਇਹਨਾਂ ਦੇ ਸੁਭਾਅ ਉਗਰ ਹੈ। ਗੁਰੂ ਕਾ ਖਾਲਸਾ ਨਾ ਜਿਹੜੀ ਗੁਰੂ ਕੀ ਫੌਜ ਹੈ, ਇਹਨਾਂ ਦਾ ਸੁਭਾਅ ਉਗਰ ਹੈ। ਸ਼ਾਂਤੀ ਵਾਲਾ ਸੁਭਾਅ ਨਹੀਂ ਹੈ, ਠੰਡਾ ਸੁਭਾਅ ਨਹੀਂ ਗੁਰੂ ਕੀ ਫੌਜ ਦਾ। ਇਸ ਕਰਕੇ ਇਹ ਉਗਰ ਸੁਭਾਅ ਵਾਲੇ ਹਨ, ਤੱਤੇ ਸੁਭਾਅ ਵਾਲੇ ਹਨ ਤੇ ਰਣ ਪਿਆਰੇ। ਜੰਗ ਕਰਨੀ, ਮੈਦਾਨੇ ਜੰਗ ਇਹਨਾਂ ਨੂੰ ਬਹੁਤਾ ਪਿਆਰਾ ਹੈ। ਲੜਾਈ ਝਗੜਾ ਕਰਨਾ, ਜੰਗ ਕਰਨੀ, ਮਾਰ ਬਕਾਰਾ ਕਰਨਾ, ਇਹ ਗੁਰੂ ਕੀਆਂ ਫੌਜਾਂ ਦਾ, ਗੁਰੂ ਕੇ ਖਾਲਸੇ ਦਾ ਕਾਰਜ ਹੈ। ਇਹਨਾਂ ਨੂੰ ਬਹੁਤਾ ਪਿਆਰ ਹੈ ਜੰਗ ਨਾਲ। ਅੰਤਰ ਨਗਰ ਹਰਖ ਨਹਿ ਮਾਨਹਿ। ਉਹ ਤੰਗ ਜੀ ਜਗ੍ਹਾ ਘਰ ਜਿਹੜਾ ਹੁਣ ਗੁਰੂ ਕੀਆਂ 500 ਘੋੜ ਸਵਾਰ ਹੈ, 500 ਫੌਜ ਹੈ, ਨਾਲ ਘੋੜੇ ਵੀ ਆ। ਫਿਰ ਇਸ ਕਰਕੇ ਵੀ ਇਹਨਾਂ ਵਾਸਤੇ ਜਗ੍ਹਾ ਤੰਗ ਹੈ। ਇਹਨਾਂ ਨੇ ਇੱਥੇ ਖੁਸ਼ੀ ਨਹੀਂ ਮਨਾਉਣੀ। ਜਿਹੜਾ ਗੁਰੂ ਕਾ ਖਾਲਸਾ, ਗੁਰੂ ਕੀਆਂ ਫੌਜਾਂ, ਇਹਨਾਂ ਨੂੰ ਖੁੱਲਾ ਮੈਦਾਨ ਹੋਵੇ, ਜਿੱਥੇ ਸੁੰਦਰ ਜਗ੍ਹਾ ਹੋਵੇ, ਬੜੀ ਸੁੰਦਰ ਖੁੱਲੀ ਜੀ ਜਗ੍ਹਾ ਹੋਵੇ, ਉੱਥੇ ਰਹਿ ਕਰਕੇ ਖੁਸ਼ ਹੁੰਦੀਆਂ ਗੁਰੂ ਕੀਆਂ ਫੌਜਾਂ। ਇਹ ਤੰਗ ਜੀ ਜਗ੍ਹਾ ਜਿਹੜੀ ਹੈ, ਮਹਿਲ ਆ ਜਾਂ ਹਵੇਲੀਆਂ, ਇਹਨਾਂ ਦੇ ਵਿੱਚ ਰਹਿ ਕੇ ਗੁਰੂ ਕਾ ਖਾਲਸਾ ਰਾਜੀ ਨਹੀਂ ਹੈ। ਇਹਨਾਂ ਵਾਸਤੇ ਤੇ ਵੀ ਖੁੱਲੀ ਜੀ ਜਗ੍ਹਾ ਹੋਣੀ ਚਾਹੀਦੀ ਹੈ। ਐਸਾ ਬਾਬਾ ਆਨੰਦ ਚੰਦ ਜੀ ਨੇ ਵਿਚਾਰ ਨਾ ਕੀਤਾ। ਹਾਨ ਕੁਸ਼ਾਦ ਲੀਨ ਕਉ ਠਾਨਹਿ। ਤੇ ਨਾਲ ਫਿਰ ਇਸ ਤਰ੍ਹਾਂ ਸਾਰੀ ਗੱਲ ਨੂੰ ਵਿਚਾਰ ਕਰਕੇ ਆਖਣਾ ਕੀਤਾ ਵੀ ਸਾਨੂੰ ਭਾਈ ਕੋਈ ਖੁੱਲੀ ਜਗ੍ਹਾ ਦੇ ਦਿਓ ਜਿੱਥੇ ਗੁਰੂ ਕੀਆਂ ਫੌਜਾਂ ਦਾ ਡੇਰਾ ਕੀਤਾ ਜਾਵੇ। ਗੁਰੂ ਕੀਆਂ ਫੌਜਾਂ ਪੜਾਓ ਕਰਨ, ਕੋਈ ਖੁੱਲੀ ਥਾਂ ਦੱਸ ਦੇਣੀ ਕਰੋ। ਡੇਰਾ ਕਰਤ ਪਰਸਪਰ ਲਰਹਿ। ਜਦੋਂ ਗੁਰੂ ਕੀਆਂ ਫੌਜਾਂ ਨੇ ਡੇਰਾ ਕੀਤਾ ਤੇ ਥੋੜਾ ਬਹੁਤਾ ਫੌਜਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੁੰਦਾ ਹੀ ਰਹਿੰਦਾ। ਫੌਜਾਂ ਵੀਰ ਰਸ ਦੇ ਵਿੱਚ ਰੰਗੀਆਂ ਰਹਿੰਦੀਆਂ ਹਰ ਵੇਲੇ। ਆਪਸ ਦੇ ਵਿੱਚ ਥੋੜਾ ਬਹੁਤਾ ਕੋਈ ਨਾ ਕੋਈ ਲੜਾਈ ਝਗੜਾ ਜਾਂ ਬਣਿਆ ਹੀ ਰਹਿੰਦਾ ਫੌਜਾਂ ਦਾ। ਖੜਗ ਪ੍ਰਹਾਰਨ ਤੇ ਨਹਿ ਡਰਹਿ। ਤਲਵਾਰ ਦਾ ਵਾਰ ਕਰਨ ਲੱਗੇ ਤੇ ਸਿੱਖ ਡਰਦੇ ਹੀ ਨਹੀਂ, ਭੋਰਾ ਵੀ ਝਿਜਕਦੇ ਹੀ ਨਹੀਂ। ਜਦੋਂ ਤਲਵਾਰ ਚਲਾਉਂਦੇ ਆ ਨਾ, ਤਲਵਾਰ ਚਲਾਉਣ ਲੱਗਿਆ ਸਿੱਖ ਭੈ ਨਹੀਂ ਕਰਦੇ ਚਿੱਤ ਦੇ ਵਿੱਚ। ਉਰਜਨ ਸੋ ਇਹ ਕਰਹਿ ਬਖੇਰਾ। ਇੱਥੇ ਨਗਰ ਦੇ ਵਿੱਚ ਸਾਡੀ ਫੌਜ ਦਾ ਡੇਰਾ ਨਾ ਕਰਵਾਓ। ਜੇ ਨਗਰ ਦੇ ਵਿੱਚ ਕਰਵਾਇਆ, ਉਹ ਨਗਰ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਆ, ਗ੍ਰਸਤੀ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਆ, ਉਹ ਗ੍ਰਸਤੀ ਲੋਕਾਂ ਦੀ ਆਪਣੀ ਵੱਖਰੀ ਕਿਰਿਆ ਹੁੰਦੀ ਆ। ਘਰ-ਬਾਰ ਵਾਲੇ ਜਿਹੜੇ ਬੱਚਿਆਂ ਵਾਲੇ ਹੁੰਦੇ ਆ ਨਾ, ਇਹਨਾਂ ਦੀ ਆਪਣੀ ਕਿਰਿਆ ਹੁੰਦੀ ਆ। ਇਸ ਕਰਕੇ ਵੀ ਇਹਨਾਂ ਦੇ ਵਿੱਚ ਇੱਥੇ ਜੇ ਰਹਿਣਗੀਆਂ ਫੌਜਾਂ ਰਹਿਣਗੀਆਂ ਤੇ ਫੌਜਾਂ ਦਾ ਕੋਈ ਨਾ ਕੋਈ ਵੈਰ ਵਿਰੋਧ ਹੋਵੇਗਾ, ਲੜਨ ਝਗੜਨਗੇ। ਹੁਕਮ ਨ ਮਾਨਤ ਹੈ ਕਿਸ ਕੇਰਾ। ਗੁਰੂ ਕੀ ਫੌਜ ਕਿਸੇ ਦਾ ਹੁਕਮ ਵੀ ਨਹੀਂ ਮੰਨਦੀ। ਇੱਕ ਗੁਰ ਬਿਨਾ ਨ ਜਾਣਹਿ ਆਨ। ਇਹ ਗੁਰੂ ਤੋਂ ਬਿਨਾ ਕਿਸੇ ਦੀ ਦੂਜੇ ਦੀ ਆਣ ਨਹੀਂ ਮੰਨਦੇ, ਕਿਸੇ ਦੀ ਕਾਣ ਕਨੌੜ, ਕਿਸੇ ਦੂਸਰੇ ਦਾ ਹੁਕਮ ਨਹੀਂ ਮੰਨਦੇ, ਬਗੈਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ। ਹਾਂਜੀ, ਲਰਤਨ ਧਾਰ ਹੈ ਕਿਸ ਕੀ ਕਾਨ। ਤੇ ਜਦੋਂ ਲੜਦੇ ਆ, ਗੁਰੂ ਕੀ ਫੌਜ ਲੜਦੀ ਆ, ਉਦੋਂ ਕਿਸੇ ਦੀ ਕਾਣ ਕਨੌੜ ਨਹੀਂ ਚੱਲਦੇ, ਕਿਸੇ ਦੀ ਰਾਈ ਜਿੰਨੀ ਵੀ ਕੋਈ ਗੱਲ ਨਹੀਂ ਚੱਲਦੇ। ਗੁਰੂ ਕੀ ਜਿਹੜੀ ਫੌਜ ਹੈ, ਇਹ ਸਦਾ ਹੀ ਖੁਦ ਮੁਖਤਿਆਰੀ ਦੇ ਵਿੱਚ, ਪਾਤਸ਼ਾਹੀ ਦਾਅਵੇ 'ਚ ਰਹਿੰਦੀ ਹੈ। ਇਸ ਕਰਕੇ